ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵੀ ਸ਼੍ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। ਬੰਦਨ ਪਾਦ ਪੰਕਜ ਬੰਦਨਾ ਸਿਮਰੋ ਅੰਗਦ ਦੋਖ ਨਿਕੰਦਨਾ ਅਮਰਦਾਸ ਗੁਰ ਹਿਰਦੈ ਧਿਆਵੋ ਗੁਰੂ ਰਾਮਦਾਸ ਅਰਜੁਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸ ਹਰ ਗੋਬਿੰਦ ਸਭ ਸਮਤ ਪਰ ਕਾਸਕ ਸ੍ਰੀ ਹਰਿ ਕਰ ਜੋਰੀ ਨਮੋ ਕਰ ਹਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਰਿਓ ਬਿਰਸਰ ਜਨ ਸਰਬ ਕੋ ਹਟ ਸ੍ਰੀ ਹਰਿ ਗੋਬਿੰਦ ਖਾਨ ਪਾਨ ਕਰ ਵਹਿ ਰਹੀ ਥਿਰੇ ਵਹਿਰ ਢਿਗ ਬ੍ਰਿੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਭ ਵਡਭਾਗੇ ਹੋ ਜਿੱਥੇ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀ ਕੇ ਸਰਗੁਣ ਸਵਰੂਪ ਦਸਵੇਂ ਗੁਰੂ ਨਾਨਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਧਰਮ ਚਲਾਵਨ ਸੰਤਿਓ ਬਾਰਨ ਦੁਸ਼ਟ ਸਭਨ ਕੋ ਮੂਲਿਓ ਪਾਰਨ ਦੇ ਵਾਸਤੇ ਅਵਤਾਰ ਧਾਰਿਆ। ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਸੱਚਖੰਡ ਦਰਬਾਰ ਦੀਆਂ ਆਪ ਹਾਜ਼ਰੀਆਂ ਭਰ ਰਹੇ ਹੋ। ਕਲਗੀਧਰ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਤਖਤ ਸਾਹਿਬ ਜੀ ਦੇ ਉੱਪਰ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਕਥਾ ਚੱਲ ਰਹੀ ਹੈ। ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਪਿਛਲੇ ਦੀਵਾਨਾਂ ਵਿੱਚ ਆਪ ਸਭ ਸਰਵਣ ਕਰ ਚੁੱਕੇ ਹੋ। ਦਲ ਭੰਜਨ ਵੱਡੇ ਯੋਧੇ ਪਰਉਪਕਾਰੀ ਸੱਚੇ ਪਾਤਸ਼ਾਹ ਅੰਤਰਜਾਮੀ ਬਾਲਾ ਭੋਲਾ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਛਠਮ ਪੀਰ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਮਾਲਵੇ ਦੇ ਪ੍ਰਸਿੱਧ ਨਗਰ ਡਰੌਲੀ ਭਾਈ ਵਿਖੇ ਵਿਰਾਜਮਾਨ ਹਨ। ਸਤਿਗੁਰੂ ਜੀ ਮਹਾਰਾਜ ਜੀ ਦੇ ਮਹਿਲ ਸਾਡੇ ਸਤਿਕਾਰਯੋਗ ਮਾਤਾ ਜੀ ਮਾਤਾ ਦਾਮੋਦਰੀ ਜੀ ਸਾਹਿਬ ਮਹਾਰਾਜ ਦੇ ਚਰਨਾਂ 'ਚ ਨਮਸਕਾਰਾਂ ਕਰਦੇ ਬੇਨਤੀ ਫਿਰਵਾਉਂਦੇ, ਮਹਾਰਾਜ ਆਪ ਜੀ ਵੱਲੋਂ ਲਿਖੇ ਹੋਏ ਸਵਾਸ ਮੇਰੇ ਪੂਰੇ ਹੋ ਗਏ ਨੇ ਅਤੇ ਮੈਂ ਆਪ ਜੀ ਦੇ ਚਰਨਾਂ ਵਿੱਚ ਪ੍ਰਾਣ ਤਿਆਗਣਾ ਚਾਹੁੰਦੀ ਹਾਂ। ਪਤੀ ਗੁਰਦੇਵ ਦੇ ਚਰਨਾਂ 'ਚ ਨਮਸਕਾਰ ਕੀਤੀ, ਚਿੱਟਾ ਚਾਦਰਾ ਥੱਲੇ ਓੜਿਆ, ਚਿੱਟਾ ਚਾਦਰਾ ਉੱਪਰ ਲਿਆ,
ਜਪ ਸਾਹਿਬ ਦਾ ਪਾਠ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੱਲ ਆਪਣਾ ਮੁਖ ਕਰਕੇ ਬੜੇ ਆਰਾਮ ਨਾਲ ਆਪਣਾ ਸਰੀਰ ਤਿਆਗਿਆ। ਜਦੋਂ ਆਪ ਜੀ ਨੇ ਸਰੀਰ ਤਿਆਗਿਆ ਉਸ ਵੇਲੇ ਆਪ ਜੀ ਦੇ ਭੈਣ ਜੀ ਸਤਿਗੁਰੂ ਜੀ ਮਹਾਰਾਜ ਜੀ ਦੇ ਸਾਲੀ ਬੀਬੀ ਰਾਮੋ ਜੀ ਸਾਹੇ ਸਦਕੇ ਜਾਨ ਜੀ ਸਦਕੇ ਜਾਨ, ਨੇਤਰਾਂ 'ਚੋਂ ਹੰਝੂ ਵਹਾ ਵਹਾ ਕੇ ਕਹਿਣ ਭੈਣ ਤੇਰੇ ਤੋਂ ਬਲਿਹਾਰ ਖੰਨੀਏ ਵੰਝਾਂ ਤੇਰੇ ਤੋਂ, ਤੇਰੇ ਸਦਕਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਸਾਨੂੰ ਸੇਵਾ ਮਿਲੀ, ਤੇਰੇ ਸਦਕਾ ਸਿੱਖੀ ਮਿਲੀ, ਤੇਰੇ ਸਦਕਾ ਸਿਦਕ ਮਿਲਿਆ, ਤੇਰਾ ਮਹਾਰਾਜ ਜੀ ਦੇ ਨਾਲ ਸੰਬੰਧ ਜੁੜਿਆ, ਅਸੀਂ ਵਡਭਾਗੇ ਹੋਏ ਭੈਣ ਬਲਿਹਾਰ ਤੇਰੇ ਤੋਂ। ਦਿਲ ਨਾ ਲੱਗੇ ਚਿੱਤ ਨਾ ਜੀਵੇ, ਅਰਦਾਸਾ ਸੋਧ ਕੇ ਬੀਬੀ ਰਾਮੋ ਜੀ ਸਾਹਿਬ ਜੀ ਨੇ ਵੀ ਆਪਣਾ ਸਰੀਰ ਤਿਆਗਿਆ। ਕੈਸਾ ਪਿਆਰ ਭੈਣਾਂ ਦਾ। ਜਦੋਂ ਬੀਬੀ ਰਾਮੋ ਜੀ ਸਾਹਿਬ ਉਹਨਾਂ ਨੇ ਸਰੀਰ ਤਿਆਗਿਆ, ਉਹ ਸਮੇਂ ਸਤਿਗੁਰੂ ਜੀ ਮਹਾਰਾਜ ਜੀ ਦੇ ਸਾਂਢੂ ਭਾ ਬੀਬੀ ਰਾਮੋ ਜੀ ਸਾਹਿਬ ਜੀ ਦੇ ਘਰੋਂ ਬਾਬਾ ਸਾਈਂ ਦਾਸ ਜੀ, ਜਿਨ੍ਹਾਂ ਨੇ ਮਹਾਰਾਜ ਵਾਸਤੇ ਸੋਹਣਾ ਮੰਦਰ ਤਿਆਰ ਕੀਤਾ, ਪਲੰਗ ਤਿਆਰ ਕੀਤਾ, ਪਰ ਘਰ ਵਿੱਚ ਪ੍ਰਵੇਸ਼ ਨਾ ਕੀਤੇ ਤੇ ਸੁਨੇਹਾ ਵੀ ਨਹੀਂ ਭੇਜਦੇ। ਮਹਾਰਾਜ ਅੰਤਰਜਾਮੀ ਨਹੀਂ ਆਪਣੇ ਆਪ ਆਉਣਗੇ। ਫਿਰ ਮਹਾਰਾਜ ਜਦੋਂ ਇੱਥੇ ਨਾਨਕ ਮਤੇ ਆਏ ਆ, ਇੱਥੋਂ ਮਹਾਰਾਜ ਉਹਨਾਂ ਦੇ ਘਰੇ ਗਏ। ਪਰਿਵਾਰ ਪਹਿਲਾਂ ਭੇਜ ਛੱਡਿਆ ਸੀ ਆਪ ਜੀ ਨੇ। ਸਾਧ ਸੰਗਤ ਜੀ, ਬਾਬਾ ਸਾਈਂ ਦਾਸ ਜੀ ਸਾਹਿਬ ਜੀ ਨੇ ਵੀ ਸਰੀਰ ਤਿਆਗ ਦਿੱਤਾ। 3 ਸਰੀਰ ਮਹਾਰਾਜ ਜੀ ਦੇ ਸਨਮੁਖ ਆਪਣੇ ਪ੍ਰਾਣ ਤਿਆਗ ਗਏ ਹਨ। ਜਦੋਂ ਸਤਿਗੁਰੂ ਜੀ ਮਹਾਰਾਜ ਜੀ ਦੇ ਸਹੁਰਾ ਪਿਤਾ, ਥੋੜ੍ਹਾ ਜਿਹਾ ਧਿਆਨ ਦੇਣਾ ਕਿਉਂਕਿ ਸਤਿਗੁਰੂ ਦੇ ਮਹਿਲ ਸਾਡੇ ਸਤਿਕਾਰਯੋਗ ਮਾਤਾ ਦਮੋਦਰੀ ਜੀ ਸਾਹਿਬ ਤੇ ਉਹਨਾਂ ਦੇ ਭੈਣ ਬੀਬੀ ਰਾਮੋ ਜੀ ਤੇ ਉਹਨਾਂ ਦੇ ਘਰੋਂ ਬਾਬਾ ਸਾਈਂ ਦਾਸ, ਭਾਵ ਸਤਿਗੁਰਾਂ ਦੇ ਸਾਲੀ ਔਰ ਮਹਾਰਾਜ ਜੀ ਦੇ ਸਾਂਢੂ ਵੀ ਜਦੋਂ ਸਰੀਰ ਤਿਆਗ ਗਏ, ਗੁਰੂ ਕੇ ਮਹਿਲ ਵੀ ਅਲੋਪ ਹੋ ਗਏ। ਉਸ ਵੇਲੇ ਜਿਹੜੇ ਮਹਾਰਾਜ ਜੀ ਦੇ ਸਹੁਰਾ ਪਿਤਾ ਜੀ ਸਨ, ਬਾਬਾ ਨਾਰਾਇਣ ਦਾਸ ਜੀ ਤੇ ਬੀਬੀ ਦਇਆ ਕੌਰ ਜੀ, ਇਹ ਜਦੋਂ ਆਪਣੀ ਧੀ ਸਤਿਕਾਰਯੋਗ ਮਾਤਾ ਦਮੋਦਰੀ ਜੀ ਸਾਹਿਬ ਜੀ ਦੇ ਭੋਗ ਤੇ ਆਏ, ਕਿਉਂਕਿ ਕੱਲ੍ਹ ਦੀ ਕਥਾ 'ਚ ਲਿਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਭੋਗ ਪਾਇਆ ਗਿਆ। ਜਦੋਂ ਭੋਗ ਤੇ ਆਏ, ਇਹ ਮਨ ਵਿੱਚ ਖਿਆਲ ਕਰਨ ਲੱਗੇ ਕਿ ਇੱਕ ਧੀ ਦੇ ਅਸੀਂ ਭੋਗ ਤੇ ਆਏ ਸੀ, ਦੂਸਰੀ ਧੀ ਵੀ ਪ੍ਰਾਣ ਤਿਆਗ ਗਈ ਤੇ ਦਮਾਦ ਵੀ ਪ੍ਰਾਣ ਤਿਆਗ ਗਏ। ਬੜਾ ਅਚਰਜ ਵਰਤਾਰਾ ਵਰਤਿਆ। ਸਾਧ ਸੰਗਤ ਜੀ, ਭੋਗ ਪਿਆ, ਸਾਰੀ ਖੇਡ ਹੋਈ, ਮਰਜ਼ਾਦਾ ਪੂਰੀ ਹੋਈ ਤੇ ਉਸ ਸਮੇਂ ਮਹਾਰਾਜ ਜੀ ਦੇ ਸਹੁਰਾ ਪਿਤਾ ਬਾਬਾ ਨਾਰਾਇਣ ਦਾਸ ਜੀ ਤੇ ਸਤਿਗੁਰਾਂ ਦੇ ਸੱਸ ਮਾਤਾ ਬੀਬੀ ਦਇਆ ਕੌਰ ਜੀ, ਉਹ ਵੀ ਆਪਣੇ ਪ੍ਰਾਣ ਤਿਆਗ ਗਏ। ਇਸ ਤਰ੍ਹਾਂ 5 ਸਰੀਰ ਮਹਾਰਾਜ ਜੀ ਦੇ ਸਨਮੁਖ ਥੋੜ੍ਹੇ ਹੀ ਸਮੇਂ ਵਿੱਚ ਛੁੱਟੇ ਹਨ। ਜਦੋਂ 5 ਸਰੀਰ ਛੁੱਟੇ, ਉਸ ਵੇਲੇ ਮਹਾਰਾਜ ਸਾਧ ਸੰਗਤ ਜੀ ਚੜ੍ਹਦੀ ਕਲਾ ਵਿੱਚ ਰਹੇ। ਕੱਲ੍ਹ ਦੀ ਕਥਾ ਦੇ ਬਚਨ ਮੈਂ ਸੰਖੇਪ ਜਿਹਾ ਬਚਨ ਸਾਂਝਾ ਕਰਨਾ, ਗੁਰੂ ਕੀ ਮਰਜ਼ਾਦਾ ਹੈ, ਲੜੀਵਾਰ ਕਥਾ ਵੱਧ ਤੋਂ ਵੱਧ ਆਪਾਂ ਸਰਵਣ ਕਰੀਏ। ਮਹਾਰਾਜ ਨੇ ਉਸ ਵੇਲੇ ਸਭ ਨੂੰ ਉਪਦੇਸ਼ ਹੀ ਦਿੱਤਾ, ਸਿੱਖਿਆ ਦਿੱਤੀ ਭਾਈ। ਮਹਾਰਾਜ ਨੇ ਸਤਿਗੁਰ ਦਈ ਸਭਨ ਕੋ ਧੀਰ, ਗਤ ਐਸੀ ਜੋ ਧਰਤ ਸਰੀਰ। ਧੀਰਜ ਦਿੱਤਾ ਕਿ ਜੋ ਸਰੀਰ ਧਾਰਨ ਕਰਦੇ ਉਹਨਾਂ ਦੀ ਇਹੋ ਹੀ ਗਤੀ ਹੁੰਦੀ। ਲੱਖੋ ਸਾਚ ਪਰਮੇਸ਼ਰ ਭਾਣਾ, ਜੋ ਆਇਆ ਤਿਸ ਸਰ ਪਰ ਜਾਣਾ। ਵੀ ਪਰਮੇਸ਼ਰ ਦਾ ਭਾਣਾ ਸੱਚ ਜਾਣੋ, ਜੋ ਆਇਆ ਉਹਨੇ ਜ਼ਰੂਰ ਜਾਣਾ। ਮਹਾਰਾਜ ਸਾਧ ਸੰਗਤ ਜੀ ਫਿਰ ਵੀ ਚੜ੍ਹਦੀ ਕਲਾ ਦਾ ਹੀ ਉਪਦੇਸ਼ ਦੇ ਰਹੇ ਨੇ। ਜਦੋਂ ਸਾਰਾ ਵਰਤਾਰਾ ਵਰਤ ਗਿਆ, ਉਸ ਵੇਲੇ ਸਤਿਗੁਰੂ ਜੀ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਜੀ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਪਰਿਵਾਰ ਬਚਨ ਸੁਣਨ ਵਾਲਾ ਔਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਵਾਰਾ ਸੋਹਣੇ ਖਾਸੇ ਵਿੱਚ, ਜਿਹਨੂੰ ਆਪਾਂ ਪਾਲਕੀ ਕਹਿੰਦੇ ਹਾਂ ਅੱਜ ਕੱਲ੍ਹ ਦੀ ਭਾਸ਼ਾ ਵਿੱਚ, ਸੋਹਣੇ ਖਾਸੇ ਵਿੱਚ ਸਜਾ ਕੇ ਕਰਤਾਰਪੁਰ ਚਲੇ ਜਾਓ, ਕਿਉਂਕਿ ਜੰਗ ਯੁੱਧ ਹੋਣੇ। ਆਪ ਜੀ ਨੂੰ ਪਤਾ ਹੋਵੇ, ਜਿਹੜੀ ਸੰਗਤ ਰੋਜ਼ ਕਥਾ ਸੁਣਦੀ ਹੈ ਪਟਨਾ ਸਾਹਿਬ ਦੀ, ਜਦੋਂ ਪਹਿਲਾਂ ਜੰਗ ਯੁੱਧ ਹੋਇਆ ਅੰਮ੍ਰਿਤਸਰ ਸਾਹਿਬ ਲੋਹਗੜ੍ਹ ਕਿਲੇ ਵਿੱਚ, ਉਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਸਵਾਰਾ ਝਬਾਲ ਨਗਰ ਵਿੱਚ ਭੇਜਿਆ ਸੀ, ਜਿੱਥੇ ਬੀਬੀ ਬੀਰੋ ਜੀ ਸਾਹਿਬ ਜੀ ਦਾ ਵਿਆਹ ਹੋਇਆ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਬੇਅਦਬ ਨਾ ਹੋਵੇ। ਤੇ ਕਿਉਂਕਿ ਉਹ ਸਵਾਰਾ ਸੀ ਜਿਹੜਾ ਹਰਿਮੰਦਰ ਸਾਹਿਬ ਪ੍ਰਕਾਸ਼ ਹੋਇਆ ਸੀ, ਪਹਿਲੇ ਪ੍ਰਕਾਸ਼ ਹੋਏ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅਸਵਾਰਾ ਭੇਜਿਆ। ਅਸਵਾਰਾ ਭੇਜ ਕੇ ਤੇ ਬਚਨ ਕਹੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਤਿਕਾਰ ਕਰਨਾ। 1-2 ਬਚਨ ਜ਼ਰੂਰ ਮੈਂ ਦੁਹਰਾਉਣੇ ਚਾਹੁੰਦਾ
ਮਹਾਰਾਜ ਨੇ ਕਿਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕਿਵੇਂ ਸਤਿਕਾਰ ਕਰਨਾ, ਕਿਵੇਂ ਅਦਬ ਕਰਨਾ। ਕਈ ਵਾਰੀ ਨਾ ਸਾਨੂੰ ਗੁਰੂ ਕੀਆਂ ਜਿਹੜੀਆਂ ਪਰੰਪਰਾਵਾਂ ਨੇ, ਮਰਜ਼ਾਦਾਵਾਂ ਨੇ, ਉਹ ਲੱਗਦੀਆਂ ਨੇ, ਅਸੀਂ ਸੋਚਦੇ ਹਾਂ ਭੁਲੱਕੜ ਪ੍ਰਚਾਰ ਵੀ ਕਰਦੇ ਨੇ ਇਹ ਜੀ ਮਹੰਤਾਂ ਵੱਲੋਂ ਬਣਾਈ ਮਰਜ਼ਾਦਾ ਸੀ, ਨਿਰਮਲਿਆਂ ਉਦਾਸੀਆਂ ਵੱਲੋਂ ਬਣਾਈ ਮਰਜ਼ਾਦਾ ਹੈ, ਪੰਥ ਦੀ ਮਰਜ਼ਾਦਾ ਨਹੀਂ ਹੈ। ਨਹੀਂ ਭਾਈ, ਇਹ ਗ੍ਰੰਥ ਉਦੋਂ ਲਿਖੇ ਗਏ ਨੇ ਜਦੋਂ ਕੋਈ ਆ ਜਿਹੜੀਆਂ ਸੰਸਥਾਵਾਂ ਦਾ ਅਸੀਂ ਨਾਮ ਲੈਂਦੇ ਹਾਂ, RSS ਤੇ ਹੋਰ, ਇਹਨਾਂ ਦਾ ਅਜੇ ਜਨਮ ਹੀ ਨਹੀਂ ਸੀ ਹੋਇਆ, ਅਜੇ ਸੋਚਿਆ ਵੀ ਨਹੀਂ ਸੀਗਾ ਕਿ ਜੰਮਣਗੀਆਂ ਵੀ ਕਿ ਨਹੀਂ। ਮਹਾਰਾਜ ਨੇ ਉਸ ਵੇਲੇ ਉਪਦੇਸ਼ ਦਿੱਤਾ। ਮੈਂ ਸੰਖੇਪ ਜਿਹਾ ਬਚਨ ਸਾਂਝਾ ਕਰਨਾ। ਮਹਾਰਾਜ ਨੇ ਕਿਹਾ ਕਿ ਭਾਈ ਚੰਦਨ ਚਰਚੋ ਧੂਪ ਦਿਖਾਵੋ, ਫੂਲਨ ਮਾਲਾ ਗ੍ਰੰਥ ਚੜਾਵੋ, ਚੰਦਨ ਆਦਿਕ ਦਾ ਛਿੜਕਾਓ ਕਰਨਾ। ਇੱਥੇ ਵੀ ਚੰਦਨ ਘਸਾਇਆ ਜਾਂਦਾ ਸੀ। ਸਿੰਘ ਸਾਹਿਬ ਭਾਈ ਮਾਨ ਸਿੰਘ ਸਾਹਿਬ ਜੀ ਆਪਣੇ ਹੱਥੀਂ ਚੰਦਨ ਰਗੜਿਆ ਕਰਦੇ ਸਨ ਪੱਥਰ ਦੇ ਉੱਪਰ। ਉਹ ਪੱਥਰ ਵੀ ਦਾਸ ਨੇ ਵੇਖਿਆ ਸੀ, ਇੱਥੇ ਤਖਤ ਸਾਹਿਬ ਜੀ ਦੇ ਅੰਦਰ ਹੀ ਪਿਆ ਹੁੰਦਾ ਸੀ ਉਹ ਪੱਥਰ, ਅਜੇ ਤੱਕ ਉਹਦੇ ਵਿੱਚੋਂ ਗੰਧ ਆਉਂਦੀ ਸੀ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਿਹੜਾ ਚੰਦਨ ਆਉਂਦਾ, ਉਹ ਸਾਧ ਸੰਗਤ ਜੀ ਸਰਕਾਰੀ ਖਜ਼ਾਨੇ ਵਿੱਚੋਂ ਉਹ ਚੰਦਨ ਆਉਂਦਾ ਹੈ। ਅੱਜ ਵੀ ਸਰਕਾਰ ਗੌਰਮੈਂਟ ਜਿਹੜੀ ਹੈ ਉਹ ਚੰਦਨ ਭੇਟ ਕਰਦੀ। ਹਿੰਦੁਸਤਾਨ ਦੇ ਕੁਛ ਹੀ ਧਾਰਮਿਕ ਅਸਥਾਨ ਨੇ ਜਿਨ੍ਹਾਂ ਵਿੱਚੋਂ ਚੰਦਨ ਆਉਂਦਾ। ਮਹਾਰਾਜ ਨੇ ਕਿਹਾ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਤਿਕਾਰ ਕਿਵੇਂ ਕਰਨਾ। ਚਲਨ ਸਭੈ ਵੱਡ ਸੁਤ ਕੇ ਸਾਥ, ਬਾਕ ਬਖਾਨਿਓ ਜਗ ਗੁਰਨਾਥ, ਚੰਦਨ ਚਰਚੋ ਧੂਪ ਦਿਖਾਵੋ, ਫੂਲਨ ਮਾਲਾ ਗ੍ਰੰਥ ਚੜਾਵੋ। ਫੂਲ ਮਾਲਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪਰਾਉਣੀ। ਜਿਹੜੇ ਸਤਿਕਾਰਯੋਗ ਮਾਤਾ ਸਾਹਿਬ ਕੌਰ ਜੀ ਹੋਏ ਨੇ ਖਾਲਸੇ ਦੇ ਮਾਤਾ, ਆਪ ਜੀ ਬੇਮੌਸਮੇ ਫੁੱਲ ਉਗਾ ਕੇ 10ਵੇਂ ਪਾਤਸ਼ਾਹ ਨੂੰ ਭੇਟ ਕਰਿਆ ਕਰਦੇ ਸਨ। ਬੇਮੌਸਮੇ ਫੁੱਲ ਬੜੀ ਔਖੀ ਗੱਲ ਹੁੰਦੀ, ਬੇਭਾਰੇ ਫੁੱਲ ਉਗਾਉਣੇ। ਮਹਾਰਾਜ ਨੂੰ ਹਰ ਰੋਜ਼ ਆਪ ਜੀ ਫੁੱਲ ਭੇਟਾ ਕਰਿਆ ਕਰਦੇ ਸਨ। ਗੁਰ 10ਵੇਂ ਪਾਤਸ਼ਾਹ ਦੇ ਪਾਸ ਵੀ ਇੱਕ ਉਹ ਇੱਥੋਂ ਅਕਨੌਜ ਸ਼ਹਿਰ ਪੈਂਦਾ ਯੂਪੀ ਵਿੱਚ, ਇੱਥੋਂ ਇੱਕ ਫਕਰ ਆਇਆ ਸੀ, ਉਹਨੇ ਮਹਾਰਾਜ ਨੂੰ ਫੁੱਲ ਭੇਟਾ ਕੀਤਾ। ਮਹਾਰਾਜ ਬੜੇ ਉਹਦੇ 'ਤੇ ਪ੍ਰਸੰਨ ਹੋਏ ਸਨ। ਤਾਂ ਉਸ ਵੇਲੇ ਮਹਾਰਾਜ ਨੇ ਕਿਹਾ ਘ੍ਰਿਤ ਦੀਪਕ ਨਿਸਾ ਜਰਾਵਹੋ, ਘਿਓ ਦੇ ਦੀਵੇ ਜਗਾਉਣੇ ਹਨ ਤੇ ਨਿਤ ਪ੍ਰਣਾਮ ਕਰ ਸੀਸ ਨਿਵਾਵਹੋ, ਨਿਤ ਪ੍ਰਣਾਮ ਕਰਨੀ। ਜਦੋਂ ਪਹਿਲੀ ਨਮਸਕਾਰ ਕਈ ਗੁਰਸਿੱਖ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਕਰਦੇ ਨੇ ਤੇ ਡੰਡੋਵਤ ਡੰਡੇ ਦੀ ਤਰ੍ਹਾਂ ਲੰਮੇ ਪੈ ਕੇ ਪਹਿਲੀ ਪ੍ਰਣਾਮ ਮਹਾਰਾਜ ਨੂੰ ਕਈ ਗੁਰਸਿੱਖਾਂ ਨੇ ਨਿਯਮ ਬਣਾਇਆ ਹੁੰਦਾ। ਸੋ ਇਸ ਪ੍ਰਕਾਰ ਫਿਰ ਮਹਾਰਾਜ ਨੇ ਬਚਨ ਕਹੇ, ਸ਼੍ਰੀ ਨਾਨਕ ਜਾਨ ਸਮਾਨਾ, ਪੂਜੋ ਗੁਰੂ ਗ੍ਰੰਥ ਕਹੋ ਨਾਨਾ। ਅਜੇ ਗੁਰਤਾ ਨਹੀਂ ਮਿਲੀ ਹੈ, ਅਜੇ ਗੁਰਤਾ ਨਹੀਂ ਮਿਲੀ ਹੈ। ਕਹਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮਾਨ ਜਾਣਨਾ, ਇਹ ਪ੍ਰਗਟ ਗੁਰਾਂ ਕੀ ਸਾਚੀ ਦੇਹ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਪੂਜੋ ਗੁਰੂ ਗ੍ਰੰਥ ਕਹੋ ਨਾਨਾ। ਨਾਨਾ ਪ੍ਰਕਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪੂਜਾ ਕਰਨੀ ਹੈ ਭਾਈ। ਪੰਚਾਮ੍ਰਿਤ ਨਿਤ ਕਹਿ ਕਰਵਾਵਹੋ, ਨਿਤ ਕਹਿ ਕੇ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਉਹ ਤਿਆਰ ਕਰਵਾਉਣਾ। ਤੇ ਪਠੋ ਬੈਠ ਕਰ ਮੋਦੇ ਉਪਜਾਵਹੋ, ਤੋ ਬੈਠ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਖੁਸ਼ੀ ਦੇ ਸਹਿਤ ਬਾਣੀ ਪੜ੍ਹਨੀ ਹੈ, ਮਹਾਰਾਜ ਦਾ ਅਦਬ ਕਰਨਾ। ਉਸ ਵੇਲੇ ਬਾਬੇ ਗੁਰਦਿੱਤੇ ਨੇ ਆਖਿਆ, ਗੁਰੂ ਪਿਤਾ ਜੀ ਗੁਰਦੇਵ ਜੀਓ, ਮੇਰੇ ਮਨ ਦੀ ਤਮੰਨਾ ਮੈਂ ਜੰਗ ਯੁੱਧ ਵੇਖਾਂ। ਬਚਨ ਸੁਣਨ ਵਾਲਾ ਮਹਾਰਾਜ ਬੜੇ ਤਰੁੱਠੇ ਤੇ ਤਰੁੱਠ ਕੇ ਕਹਿਣ ਲੱਗੇ, ਸ਼ਾਬਾਸ਼ ਛਤਰੀ ਕੋ ਪੂਤ ਹਾਂ, ਇਹ ਤੁਸਾਂ ਨੇ ਅੱਜ ਦੱਸਿਆ ਹੈ ਕਿ ਛਤਰੀਆਂ ਦਾ ਧਰਮ ਹੈ ਜੰਗ ਯੁੱਧ ਕਰਨਾ। ਕਿਹਾ ਸ਼ਾਬਾਸ਼ ਤੁਹਾਡੇ ਸਦਕੇ। ਸਾਧ ਆਖਿਆ ਮਹਾਰਾਜ ਨੇ ਕਿ ਸ਼ਾਬਾਸ਼ ਭਾਈ, ਠੀਕ ਹੈ, ਜੇ ਤੁਹਾਡੀ ਜੰਗ ਯੁੱਧ ਵੇਖਣ ਦੀ ਚੇਸ਼ਟਾ ਹੈ ਤੇ ਇੱਕ ਜੰਗ ਯੁੱਧ ਤੁਹਾਨੂੰ ਵਿਖਾਵਾਂਗੇ। ਆਪਣੇ ਸਾਹਿਬਜ਼ਾਦੇ ਤੋਂ ਸਦਕੇ ਗਏ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਰਣ ਮੈਦਾਨ ਵਿੱਚ ਚੜ੍ਹਨਾ ਹੈ। ਇਸ ਪ੍ਰਕਾਰ ਮਹਾਰਾਜ ਨੇ ਆਪਣਾ ਸਾਰਾ ਪਰਿਵਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗਵਾਈ ਵਿੱਚ ਬਾਬਾ ਗੁਰਦਿੱਤਾ ਜੀ ਸਾਹਿਬ ਤੇ ਕੁਝ ਫੌਜ ਤੇ ਪੈਂਦਾ ਪਠਾਨ, ਉਹਦੀ ਘਰਵਾਲੀ ਤੇ ਉਹਦੀ ਧੀ ਜਿਹਨੇ ਜਨਮ ਲਿਆ ਸੀ, ਇਹ ਸਾਰਾ ਕਾਫਲਾ ਜੱਥਾ ਦਲ ਮਹਾਰਾਜ ਉੱਥੋਂ ਤੋਰ ਕੇ ਭਾਈ ਕੀ ਡਰੌਲੀ ਤੋਂ ਤੇ ਆਪ ਜੀ ਭਾਈ ਰੂਪਾ ਜੀ ਸਾਹਿਬ ਜੀ ਦੇ ਸਥਾਨ ਉੱਪਰ ਜਿਹੜਾ ਮਹਾਰਾਜ ਨੇ ਆਪ ਨਗਰ ਵਸਾਇਆ ਹੋਇਆ ਬਖਸ਼ਿਸ਼ ਕਰਕੇ ਤੇ ਨਿਆਮਤਾਂ ਤੇ ਨਿਸ਼ਾਨੀਆਂ ਦਿੱਤੀਆਂ ਹਨ, ਉਸ ਨਗਰ ਵਿੱਚ ਮਹਾਰਾਜ ਜਾਇਆ ਚਾਹੁੰਦੇ ਹਨ। ਜਿਵੇਂ ਸਤਿਗੁਰਾਂ ਦੀ ਕਥਾ ਦੀ ਅਗਲੀ ਲੜੀ ਜੁੜ ਰਹੀ ਹੈ, आओ जितने भी माई भाई विरध बालक, गरीब नवाज महाराज जी की पवित्र गोद और देश विदेश प्रदेश ਵਿੱਚ दूरदर्शन दूर ਸਰਵਣ ਦੇ ਰਾਹੀਂ ਮਹਾਰਾਜ ਜੀ ਦੇ ਚਰਨਾਂ ਦਾ ਲਾਹਾ ਲੈ ਰਹੇ ਹੋ। ਭਾਈ ਆਓ ਸਤਿਗੁਰਾਂ ਦੀ ਅੰਮ੍ਰਿਤ ਸਰੂਪ ਇਤਿਹਾਸ ਦੀ ਲੜੀਵਾਰ ਵਿਚਾਰ ਕਥਾ ਦੇ ਨਾਲ ਜੁੜੋ, ਇਕਾਗਰਤਾ ਬਣਾਓ
ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਰਸਨਾ ਪਵਿੱਤਰ ਕਰੋ। ਪਿਆਰ ਦੇ ਨਾਲ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਪਿਆਰ ਨਾਲ ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਦੋਹਰਾ ਕਰਿਓ ਵਿਸਰਜਨ ਸਰਬ ਕੋ ਹਟ ਸ੍ਰੀ ਹਰਿ ਗੋਬਿੰਦ। ਇਸ ਤਰ੍ਹਾਂ ਮਹਾਰਾਜ ਜੀ ਨੇ ਸਾਰੇ ਪਰਿਵਾਰ ਨੂੰ, ਜੱਥੇ ਨੂੰ, ਕਾਫਲੇ ਨੂੰ, ਦਲ ਨੂੰ ਮਹਾਰਾਜ ਨੇ ਉਥੋਂ ਦੁਆਬੇ ਵਿੱਚ ਭਾਵ ਕਰਤਾਰਪੁਰ ਸਾਹਿਬ ਭੇਜਿਆ। ਤੇ ਗਰੀਬ ਨਿਵਾਜ ਮਹਾਰਾਜ ਹੁਣ ਆਪ ਜੀ ਹੋਰ ਪਾਸੇ ਚਾਲਾ ਮਾਰਿਆ ਚਾਹੁੰਦੇ ਹਨ, ਪਿੱਛੇ ਹਟੇ ਹਨ। ਖਾਨ ਪਾਨ ਕਰ ਵਹਿ ਰਹੇ ਥਿਰੇ ਵਹਿਰ ਢਿਗ ਬ੍ਰਿੰਦ। ਤੇ ਮਹਾਰਾਜ ਨੇ ਆਪਣਾ ਡੇਰਾ ਜੋ ਸੀ ਫੌਜ ਦੇ ਸਮੇਤ 3000 ਫੌਜ ਸੀ ਮਹਾਰਾਜ ਦੇ ਨਾਲ ਉਸ ਸਮੇਂ 3000 ਫੌਜ ਦੇ ਸਮੇਤ। ਸੋ ਡਰੌਲੀ ਭਾਈ ਤੋਂ ਬਾਰ-ਬਾਰ ਡੇਰਾ ਲਾਇਆ ਹੋਇਆ ਸੀ। ਉੱਥੇ ਮਹਾਰਾਜ ਦੀ ਫੌਜ ਟਿਕੀ ਹੋਈ ਸੀ, ਛਾਉਣੀ ਲੱਗੀ ਹੋਈ ਸੀ। ਉੱਥੇ ਗਰੀਬ ਨਿਵਾਜ ਮਹਾਰਾਜ ਆਪਣੇ ਤੰਬੂ ਵਿੱਚ ਆ ਗਏ ਹਨ। ਚੋਪਈ ਸਭਾ ਵਿਖੇ ਥਿਰਥਾ ਗੁਰ ਲਈ। ਤੇ ਮਹਾਰਾਜ ਸਭਾ ਵਿੱਚ ਬੈਠੇ ਜਿਵੇਂ ਆਪ ਜੀ ਸੱਜੇ ਹੋ, ਇਵੇਂ ਗੁਰੂ ਕਾ ਦੀਵਾਨ ਸੱਜਿਆ ਡਰੌਲੀ ਭਾਈ। ਸੋਦਰ ਸੰਧਿਆ ਜਿਸ ਛਿਨ ਪਈ। ਉਸ ਸਮੇਂ ਸੋਦਰ ਦਾ ਪਾਠ ਹੋਇਆ, ਰਹਿਰਾ ਸਾਹਿਬ ਜੀ ਦਾ ਸਮਾਂ ਜਾਣ ਕੇ। ਕੁਛ ਕਤੀ ਮਰ ਬਿਥਰਿਓ ਨਭ ਛਾਏ। ਤੇ ਕੁਛਕ ਅੰਧੇਰਾ ਹੋ ਗਿਆ ਹੈ। ਰਹਿਰਾਸ ਦੀ ਇਹੋ ਹੀ ਮਰਜ਼ਾਦਾ ਹੈ, ਪੂਰਾ ਅੰਧੇਰਾ ਨਾ ਹੋਇਆ ਹੋਵੇ ਤੇ ਚਾਨਣ ਵੀ ਨਾ ਹੋਵੇ। ਕੁਛਕ ਅੰਧੇਰਾ ਜਦੋਂ ਹੋਇਆ ਸ੍ਰੀ ਹਰਿ ਗੋਬਿੰਦ ਮੰਦਰ ਆਏ। ਉਸ ਵੇਲੇ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿੱਥੇ ਬਾਬਾ ਸਾਈਂ ਦਾਸ ਬੀਬੀ ਰਾਮੋ ਜੀ ਸਾਹਿਬ ਜੀ ਨੇ ਗੁਰੂ ਵਾਸਤੇ ਮੰਦਿਰ ਬਣਾਏ ਸਨ, ਉਹਨਾਂ ਮਹਿਲਾਂ ਵਿੱਚ ਆ ਗਏ ਹਨ। ਸਭ ਦਿਸ ਸੁਨ ਸਦਨ ਦਿਸ ਆਵੈ। ਜਿਸ ਵੇਲੇ ਮਹਾਰਾਜ ਨੇ ਦੇਖਿਆ ਕਿ ਘਰ ਬਿਲਕੁਲ ਸੁੰਨਾ ਹੀ ਪਿਆ ਹੋਇਆ, ਗੁਰੂ ਕੇ ਮਹਿਲ ਵੀ ਪਰਲੋਕ ਚਲੇ ਗਏ ਨੇ, ਬਾਕੀ ਪਰਿਵਾਰ ਕਰਤਾਰਪੁਰ ਚਲਾ ਗਿਆ। ਬਾਬਾ ਸਾਈਂ ਦਾਸ ਬੀਬੀ ਰਾਮੋ ਜੀ ਸਾਹਿਬ, ਸਹੁਰਾ ਪਿਤਾ, ਸੱਸ ਮਾਤਾ ਜੀ, ਇਹ 5 ਸਰੀਰ ਜਿਹੜੇ ਨੇ ਇਹ ਸਮਾ ਗਏ ਹਨ। ਘਰ ਸੁੰਨਾ ਹੈ। ਨਏ ਚਿਨੇ ਜਨ ਅਬ ਹੈ ਬਸਾਵੈ। ਉਸ ਵੇਲੇ ਮਹਾਰਾਜ ਨੇ ਜਾਣਿਆ ਵੀ ਇਸ ਤਰ੍ਹਾਂ ਘਰ ਖਾਲੀ ਇਹ ਪਿਆ ਹੈ ਜਿਵੇਂ ਅਜੇ ਕਿਸੇ ਨੇ ਵਸਣਾ ਹੀ ਹੋਵੇ ਅਜੇ ਆਣ ਕੇ, ਤੇ ਕੋਈ ਬਸਿਆ ਨਾ ਹੋਵੇ, ਘਰ ਬਣਾਇਆ ਹੀ ਹੋਵੇ, ਇਸ ਤਰ੍ਹਾਂ ਖਾਲੀ ਹੈ। ਸਾਈਂ ਦਾਸ ਆਵਾਸ ਨ ਕੋਈ। ਔਰ ਬਾਬਾ ਸਾਈਂ ਦਾਸ ਜੀ ਸਾਹਿਬ, ਉਹਨਾਂ ਦੇ ਘਰ ਵਿੱਚ ਵੀ ਕੋਈ ਨਹੀਂ ਹੈ। ਗੁਰ ਆਵਤ ਪਿਕ ਸਨਮੁਖ ਹੋਈ। ਤੇ ਜੋ ਸਤਿਗੁਰੂ ਜੀ ਮਹਾਰਾਜ ਦਾ ਆਉਣਾ ਦੇਖ ਕੇ ਅੱਗੋਂ ਦੀ ਆ ਜਾਂਦੇ ਸਨ। ਬਾਬਾ ਸਾਈਂ ਦਾਸ ਜੀ ਸਾਹਿਬ ਮਹਾਰਾਜ ਦਾ ਆਉਣਾ ਸੁਣ ਕੇ ਸਤਿਗੁਰਾਂ ਨੂੰ ਸਾਧੂ ਕਰਕੇ ਨਹੀਂ, ਸਾਧੂ ਕਰਕੇ ਪੂਜਦੇ ਸਨ। ਗੁਰੂ ਸਾਧੂ ਸਾਧ ਰੂਪ ਆਪਣਾ ਧਨ ਧਾਰਿਆ, ਮਹਾ ਅਗਨ ਤੇ ਆਪ ਉਬਾਰਿਆ। ਐਸੇ ਸਰੂਪ ਕਰਕੇ ਮਹਾਰਾਜ ਦੀ ਪੂਜਾ ਕਰਦੇ ਸਨ। ਬਿਜਨਾ ਪੋਨ ਕਰਨ ਤੇ ਆਦ। ਔਰ ਇਸ ਪ੍ਰਕਾਰ ਬਿਜਨਾ ਉਹ ਪੱਖੇ ਨੂੰ ਕਹਿੰਦੇ ਨੇ। ਪਹਿਲਾਂ ਇਹ ਪੱਖੇ ਹੋਇਆ ਕਰਦੇ ਸਨ। ਅੱਜ ਵੀ ਜਦੋਂ ਕਿਧਰੇ ਜਥੇ ਦੇ ਸਮਾਗਮ ਹੁੰਦੇ, ਕਈ ਸਿੰਘਾਂ ਨੇ ਨਿਯਮ ਬਣਾਇਆ ਹੁੰਦਾ, ਭਾਵੇਂ ਪੱਖੇ ਇਤਿਆਦਿਕ ਹੁੰਦੇ ਨੇ, ਫਿਰ ਵੀ ਵੱਡਾ ਪੱਖਾ। ਸੋ ਸਾਡੇ ਵਿਦਿਆਲੇ ਵਿੱਚ ਟਕਸਾਲ ਵਿੱਚ ਵੀ ਵੱਡਾ ਪੱਖਾ ਹੁੰਦਾ ਸੀ। ਇੱਕ ਵਾਰ ਬਿਜਲੀ ਗਈ, ਟਰਾਂਸਫਾਰਮ ਸੜਿਆ, ਸਾਰੀ ਰਾਤ ਬਿਜਲੀ ਨਾ ਆਈ। ਤੇ ਸਾਡੇ ਵਿਦਿਆ ਗੁਰਦੇਵ ਮਹਾਂਪੁਰਖ ਅਸੀਂ ਨੇਤਰਾਂ ਨਾਲ ਦੇਖਿਆ, ਸਾਰੀ ਰਾਤ ਉਹ ਪੋਥੀਆਂ ਨੂੰ ਪੱਖਾ ਝੱਲਦੇ ਰਹੇ। ਇਸ ਤਰ੍ਹਾਂ ਇਹ ਬਾਣੀ ਵਿੱਚ ਪੱਖ ਰਾਜ ਮਿਲਕ ਸਕਦਾਰੀਆਂ ਅਗਨੀ ਮਹਿ ਜਾਲ ਇਤਿਆਦਿਕ ਅਨੰਤ ਬਚਨ ਜਿਹੜੇ ਨੇ ਸਾਧ ਸੰਗਤ ਜੀ, ਉਹ ਪੱਖੇ ਦੀ ਬਾਬਤ ਆਉਂਦੇ। ਪਾਣੀ ਪੱਖਾ ਪੀਸੋਂ ਸੰਤੇ ਆਗਿਆ, ਗੁਣ ਗੋਬਿੰਦ ਜਸ ਗਾਈ, ਸਾਸ ਸਾਸ ਮਨ ਨਾ ਸਮਾਰੈ ਵਿਸਰਾਮ ਨਿਧ ਪਾਈ, ਇਤਿਆਦਿਕ ਅਨੰਤ ਬਚਨ ਆਉਂਦੇ ਹਨ। ਤੋ ਉਹ ਪੱਖਾ ਚੱਲਿਆ ਕਰਦੇ ਸਨ ਬਾਬਾ ਸਾਈਂ ਦਾਸ ਜੀ ਸਾਹਿਬ। ਉਹ ਵੀ ਹੁਣ ਨਹੀਂ ਰਹੇ ਸੰਸਾਰ ਤੇ। ਰਾਮੋ ਸੇਵ ਕਰਤ ਭੇ ਯਾਦ। ਔਰ ਬੀਬੀ ਰਾਮੋ ਜੀ ਸਾਹਿਬ ਬੜੇ ਚਾਅ ਦੇ ਨਾਲ ਸੇਵਾ ਕਰਿਆ ਕਰਦੇ। ਮਹਾਰਾਜ ਉਹਨਾਂ ਨੂੰ ਯਾਦ ਕਰਦੇ, ਗੁਰਮੁਖਾਂ ਨੂੰ। ਰਹਿਤ ਨਜੀਕੀ ਸਾਹਿਬ ਜਾਦੇ। ਔਰ ਸਦਾ ਹੀ ਮਹਾਰਾਜ ਜੀ ਦੇ ਪਾਸ ਰਹਿੰਦੇ ਸਨ, ਹਮੇਸ਼ਾ ਹੀ ਹਾਜ਼ਰ ਹੋ ਕੇ ਰਹਿੰਦੇ ਸਨ।
ਹੁਣ ਮਹਾਰਾਜ ਜੀ ਦੇ ਸਾਹਿਬਜ਼ਾਦੇ ਵੀ ਪਾਸ ਨਹੀਂ, ਜੋ ਸਦਾ ਨਜ਼ਦੀਕ ਰਹਿੰਦੇ ਸਨ। ਨਹਿ ਚਾਰੋ ਮਹਿ ਕੋ ਅਹਲਾਦੇ, ਤੇ ਉਹਨਾਂ 4 ਸਾਹਿਬਜ਼ਾਦਿਆਂ ਵਿੱਚੋਂ ਅੱਗੇ ਪੋਤਰਿਆਂ ਵਿੱਚੋਂ ਵੀ ਕੋਈ ਨਹੀਂ ਹੈ। ਤੀਨੋ ਮਹਿਲਾ ਇੱਕ ਮਿਰਤ ਹੋਈ, ਮਹਾਰਾਜ ਜੀ ਦੇ 3 ਮਹਿਲ ਹਨ। ਇੱਕ ਮਹਿਲ ਮਾਤਾ ਦਮੋਦਰੀ ਜੀ ਸਾਹਿਬ ਤਿਆਗ ਗਏ ਹਨ ਸਰੀਰ। ਗਮਨੀਪੁਰ ਦਾਸੀ ਜੁਤ ਦੋਈ। ਇਸ ਪ੍ਰਕਾਰ ਸਤਿਗੁਰੂ ਜੀ ਮਹਾਰਾਜ ਦੇ ਜਿਤਨਾ ਵੀ ਪਰਿਵਾਰ ਹੈ ਔਰ ਹੋਰ ਵੀ ਜਿਹੜੇ ਦਾਸ ਦਾਸੀਆਂ ਗੁਰੂ ਘਰ ਦੇ ਸੇਵਾਦਾਰ ਹਨ, ਉਹ ਵੀ ਕਰਤਾਰਪੁਰ ਚਲੇ ਗਏ ਹਨ। ਪੋਤਰੇ ਨਿਕਟ ਜੁਗਮ ਕਬ ਆਵਤ, 2 ਪੋਤਰੇ ਜੋ ਕਦੇ ਕਦੇ ਮਹਾਰਾਜ ਦੇ ਪਾਸ ਆਇਆ ਕਰਦੇ ਸਨ। ਕਰਤ ਦੁਲਾਰ ਮੋਦ ਉਪਜਾਵਤ, ਮਹਾਰਾਜ ਉਹਨਾਂ ਨੂੰ ਪ੍ਰੇਮ ਕਰਦੇ, ਬੜਾ ਚਾਅ ਕਰਿਆ ਕਰਦੇ ਸਨ। ਗਏ ਸਮਸਤ ਸਮੀਪ ਨ ਕੋਈ, ਉਹ ਸਾਰੇ ਚਲੇ ਗਏ ਨੇ। ਮਹਾਰਾਜ ਜੀ ਦੇ ਪਰਿਵਾਰ ਦਾ ਕੋਈ ਸਰੀਰ ਪਾਸ ਨਹੀਂ। ਸੂਨੇ ਸਤਨ ਉਦਾਸੀ ਹੋਈ, ਤੇ ਘਰ ਜਿਹੜਾ ਹੈ ਸੁੰਨਾ ਹੋ ਗਿਆ ਹੈ। ਇਹ ਗੁਰਸਿੱਖਾਂ ਦੀ ਦ੍ਰਿਸ਼ਟੀ ਹੈ, ਮਹਾਰਾਜ ਦੀ ਦ੍ਰਿਸ਼ਟੀ ਨਹੀਂ, ਕਵੀ ਜੀ ਸਾਹਿਬ ਜੀ ਦੀ ਦ੍ਰਿਸ਼ਟੀ ਹੈ ਕਿ ਘਰ ਸੁੰਨਾ ਹੈ, ਉਦਾਸੀ ਛਾਈ ਹੋਈ ਹੈ। ਵਿਧੀ ਚਾਂਦ ਕੋ ਨਿਕਟ ਹਕਾਰਾ, ਉਸ ਵੇਲੇ ਸਤਿਗੁਰੂ ਤੇ ਗੁਰਦੇਵ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬਾਬਾ ਵਿਧੀ ਚੰਦ ਜੀ ਸਾਹਿਬ ਜੀ ਨੂੰ ਪਾਸ ਬੁਲਾਇਆ। ਬਾਕ ਵਿਰਾਗ ਸਮੇਤ ਉਚਾਰਾ, ਉਸ ਵੇਲੇ ਵਿਰਾਗ ਦੇ ਸਮੇਤ ਮਹਾਰਾਜ ਨੇ ਬਚਨ ਫਰਮਾਏ ਹਨ। ਦੇਖੋ ਜਗ ਸਨੇਹ ਕੀ ਚਾਲੀ, ਮਹਾਰਾਜ ਕਹਿਣ ਲੱਗੇ ਭਾਈ ਵਿਧੀਆ ਜੀ ਸਾਹਿਬ, ਦੇਖੋ ਇਹ ਸੰਸਾਰ ਦੀ ਕੈਸੀ ਰੀਤੀ ਹੈ। ਸਾਧ ਸੰਗਤ ਜੀ, ਇਹ ਬਿਸਮੈ ਰਸ ਹੈ। ਗਰੀਬ ਨਿਵਾਜ ਮਹਾਰਾਜ ਜੀ ਨੇ ਇਹਦਾ ਬਿਆਨ ਕੀਤਾ ਹੈ, ਅਸਚਰਜ ਰਸ। ਤੋ ਗਰੀਬ ਨਿਵਾਜ ਮਹਾਰਾਜ ਹੈਰਾਨ ਹੋ ਕੇ ਵਾਹਿਗੁਰੂ ਜੀ ਦੀ ਰਚੀ ਹੋਈ ਰਚਨਾ ਔਰ ਪਰਮੇਸ਼ਰ ਦਾ ਭਾਣਾ ਮੰਨਣ ਦੀ ਸਾਨੂੰ ਪ੍ਰੇਰਨਾ ਦਿੰਦੇ ਹਨ। ਜਦੋਂ 5 ਸਰੀਰ ਛੁੱਟੇ, ਪਰਿਵਾਰ ਪੁੱਤ ਪੁੱਤਰੇ ਦਾਸੀਆਂ ਦਾਸ ਕੋਈ ਪਾਸ ਨਹੀਂ, ਉਸ ਵੇਲੇ ਮਹਾਰਾਜ ਨੇ ਵੈਰਾਗਮਈ ਬਚਨ ਆਖੇ। ਭਾਈ ਵਿਧੀ ਚੰਦ ਜੀ ਸਾਹਿਬ, ਇਹ ਸੰਸਾਰ ਦੀ ਰੀਤੀ ਦੇਖੋ ਕੈਸੀ ਅਸਚਰਜ ਹੈਰਾਨ ਕੁਨ ਹੈ। ਇੱਕ ਦਿਨ ਪਰੇ ਇੱਕ ਦਿਨ ਖਾਲੀ, ਦੇਖ ਲੋ, ਇੱਕ ਦਿਨ ਕਿਧਰੇ ਭਰਿਆ ਹੋ ਜਾਂਦਾ ਹੈ ਸੰਸਾਰ ਦਾ ਮੇਲਾ, ਤੇ ਕਿਧਰੇ ਖਾਲੀ ਹੋ ਜਾਂਦਾ ਹੈ। ਕਬ ਹੂੰ ਹਰੇ ਸੁਸਕ ਕਬ ਜਾਵੈ, ਤੇ ਕਦੇ ਵੇਖ ਲੋ ਰੁੱਖ ਬ੍ਰਿਸ਼ ਹਰੇ ਹੋ ਜਾਂਦੇ ਨੇ ਬਸੰਤ ਰੁੱਤ ਵਿੱਚ, ਤੇ ਕਿਧਰੇ ਉਹ ਸੁੱਕ ਜਾਂਦੇ ਨੇ, ਪਤਝੜ ਆਉਂਦੀ ਹੈ। ਇਵੇਂ ਕਿਧਰੇ ਖੁਸ਼ੀਆਂ, ਕਿਧਰੇ ਗਮੀਆਂ, ਕਿਧਰੇ ਜਨਮ ਔਰ ਕਿਧਰੇ ਮਰਨ ਹੈ। ਕਬ ਹੂੰ ਜਨਮ ਕਬ ਹੂੰ ਬਿਨ ਸਾਵੈ, ਕਿਧਰੇ ਮਨੁੱਖ ਸੰਸਾਰ ਤੇ ਉਤਪੰਨ ਹੁੰਦੇ ਹਨ, ਫਿਰ ਉਹ ਮਰ ਖਪ ਜਾਂਦੇ ਹਨ। ਇਹ ਸੰਸਾਰ ਦੀ ਖੇਡ ਹੈ। ਕਬ ਮੇਲਾ ਕਬ ਬਿਰਹ ਦੁਹੇਲਾ, ਕਿਧਰੇ ਸੰਜੋਗਾਂ ਕਰਕੇ ਮਨੁੱਖ ਮਿਲ ਜਾਂਦੇ ਨੇ, ਵਿਜੋਗਾਂ ਕਰਕੇ ਵਿਛੜ ਜਾਂਦੇ ਹਨ। ਕਬ ਸੰਕਟ ਕਬ ਹੋਤ ਸੁਹੇਲਾ, ਕਿਧਰੇ ਕੋਈ ਸੰਕਟ ਆਉਂਦਾ ਹੈ ਤੇ ਕਿਧਰੇ ਸੁਖੱਲਾ ਹੋ ਜਾਂਦਾ ਹੈ ਜੀਵਨ। ਮੁਸੀਬਤ ਔਰ ਸਹੂਲੀਅਤ ਇਹ ਤੁਰੀ ਆਉਂਦੀ ਹੈ ਦਰਗਾਹੋਂ। ਸਦਾ ਪ੍ਰਣਾਮਵੰਤ ਜਗ ਹੈ, ਔਰ ਕਿਹਾ ਕਿ ਭਾਈ ਇਹ ਜਿਹੜਾ ਸੰਸਾਰ ਹੈ ਇੱਕ ਰਸ ਨਹੀਂ ਰਹਿੰਦਾ ਹੈ। ਇਹਦੇ ਵਿੱਚ ਖੁਸ਼ੀ ਗਮੀ, ਹਾਸਾ ਰੋਣਾ, ਚਾਨਣਾ ਅੰਧੇਰਾ, ਇਹ ਸਾਰਾ ਪਰਮੇਸ਼ਰ ਵੱਲੋਂ ਬਣਾਇਆ ਹੋਇਆ ਹੈ। ਮਿਲਵੇ ਤੇ ਹਰ ਖਹਿਨਹਿ ਗਿਆਨੀ, ਅਗਲਾ ਬਚਨ ਮਹਾਰਾਜ ਨੇ ਆਖਿਆ ਵੀ ਜੋ ਗਿਆਨਵਾਨ ਪੁਰਸ਼ ਹਨ। ਗਿਆਨੀ ਦਾ ਮਤਲਬ ਸਿਰਫ ਕੋਈ ਸਟੇਜ ਤੇ ਬੋਲਣ ਵਾਲਾ, ਕੋਈ ਕਥਾਕੜ ਹੋਵੇ, ਉਹ ਹੀ ਸਿਰਫ ਗਿਆਨੀ ਨਹੀਂ ਹੋ ਸਕਦਾ। ਗਿਆਨੀ ਦਾ ਮਤਲਬ ਮਹਾਰਾਜ ਨੇ ਉਹ ਦੱਸਿਆ ਜਿਹਨੂੰ ਪਰਮੇਸ਼ਰ ਦਾ ਗਿਆਨ ਹੋ ਗਿਆ। ਜਾਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੁਖੈਨ ਭਾਸ਼ਾ ਵਿੱਚ ਆਖਿਆ, ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨ ਧਿਆਨ, ਕਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ। ਜੋ ਕਿਸੇ ਨੂੰ ਡਰ ਦਿੰਦੇ ਨਹੀਂ ਤੇ ਡਰ ਮੰਨਦੇ ਨਹੀਂ, ਕਿਉਂਕਿ ਡਰਾਉਂਦੇ ਉਹ ਨੇ ਜਿਹੜੇ ਅੰਦਰੋਂ ਡਰੇ ਹੋਏ ਹੁੰਦੇ ਨੇ। ਜਿਹੜੇ ਅੰਦਰੋਂ ਡਰੇ ਹੋਏ ਨਹੀਂ ਹੁੰਦੇ, ਉਹਨਾਂ ਨੇ ਕਿਸੇ ਨੂੰ ਡਰਾਉਣਾ ਵੀ ਕੀ ਤੇ ਡਰ ਵੀ ਨਹੀਂ ਕਿਸੇ ਦਾ ਮੰਨਦੇ, ਭਾਵੇਂ ਆਪਣੇ ਆਪ ਦੇ ਵਿੱਚ ਕੋਈ ਕਿੰਨਾ ਮਰਜ਼ੀ ਮਹਾਨ ਤੋਂ ਮਹਾਨ ਵੀ ਕਿਉਂ ਨਾ ਬਣਿਆ ਫਿਰੇ, ਆਪਣੇ ਆਪ ਨੂੰ ਰੱਬ ਹੀ ਕੋਈ ਸਮਝੇ ਕਿ ਖਰੇ ਮੈਂ ਹੀ ਰੱਬ ਉੱਤਰ ਆਇਆ ਧਰਤੀ ਤੇ। ਉਹ ਸਹੀ ਅਰਥਾਂ ਵਿੱਚ ਗਿਆਨੀ ਲੋਕ ਹਨ, ਜਿਹੜੇ ਡਰਾਉਣ ਦੀ ਕੋਈ ਭਾਵਨਾ ਨਹੀਂ ਰੱਖਦੇ ਹਨ, ਪਰ ਜੇ ਕੋਈ ਡਰਾਉਣਾ ਚਾਹਵੇ ਤੇ ਉਹ ਤੋਂ ਡਰਦੇ ਨਹੀਂ ਹਨ। ਐਸੇ ਪੁਰਸ਼ਾਂ ਨੂੰ ਮਹਾਰਾਜ ਜੀ ਨੇ ਗਿਆਨੀ ਦੱਸਿਆ ਹੈ। ਤੋ ਗਰੀਬ ਨਿਵਾਜ ਮਹਾਰਾਜ ਕਹਿੰਦੇ ਐਸੇ ਜੋ ਗਿਆਨਵਾਨ ਲੋਕ ਹਨ, ਉਹਨਾਂ ਨੂੰ ਜੇ ਕਿਧਰੇ ਕੁਛ ਮਿਲ ਜਾਵੇ ਤੇ ਪ੍ਰਸੰਨ ਨਹੀਂ ਹੁੰਦੇ। ਜੇ ਖੁੱਸ ਜਾਵੇ ਕੁਛ, ਛੀਨ ਹੋ ਜਾਵੇ,
ਤੇ ਉਦਾਸ ਚਿਤ ਨਹੀਂ ਹੁੰਦੇ, ਮਾਯੂਸ ਨਹੀਂ ਹੁੰਦੇ ਹਨ। ਵਿਛਰੇ ਸੋਕ ਨਾ ਦੁਖ ਕੋ ਜਾਨੀ। ਔਰ ਇਸ ਪ੍ਰਕਾਰ ਨਾ ਸੋਕ, ਨਾ ਉਹਨਾਂ ਨੂੰ ਕੋਈ ਖੁਸ਼ੀ, ਨਾ ਗਮੀ, ਨਾ ਹਾਸਾ, ਨਾ ਰੋਣਾ। ਲਖ ਹੈ ਕੂਰ ਨ ਕਰਹਿ ਸਨੇਹਾ। ਇਹ ਸੰਸਾਰ ਦੇ ਸਾਰੇ ਪਸਾਰੇ ਨੂੰ ਝੂਠ ਜਾਣਦੇ ਹਨ। ਜੀ ਹਾਂ, ਇਹਦੇ ਨਾਲ ਸਨੇਹ ਨਹੀਂ ਕਰਦੇ ਹਨ। ਬਿਨ ਸਜਾਏ ਜਬ ਕਿਉਂ ਦੁਖ ਲੇਹਾ। ਤੇ ਜਦੋਂ ਸੰਸਾਰ ਨੂੰ ਝੂਠ ਹੀ ਜਾਣ ਲਿਆ, ਫਿਰ ਇਹਦੇ ਨਾਸ਼ ਹੋਣ ਤੇ ਕਾਹਦਾ ਦੁੱਖ ਹੈ ਭਾਈ। ਜੋ ਵਸਤੂ ਨਿਤ ਇੱਕ ਰਸ ਰਹੈ। ਜੋ ਵਸਤੂ ਨਿਰੰਤਰ ਇੱਕ ਰਸ ਅਖੰਡ ਰਹਿੰਦੀ ਹੈ। ਕਰ ਅਨੁਰਾਗ ਤਿਸਹਿ ਉਰ ਤੇ ਲਹੈ। ਉਹ ਗੁਰਮੁਖ ਲੋਕ ਜੋ ਹਨ ਉਸ ਪਰਮਾਤਮਾ ਦੇ ਨਾਲ ਪ੍ਰੀਤੀ ਕਰਦੇ ਨੇ, ਜੋ ਪਰਮਾਤਮਾ ਅਚਲ, ਅਡੋਲ, ਅਮਰ ਹੈ, ਕਿਧਰੇ ਮਰਦਾ ਨਹੀਂ। ਸੰਸਾਰ ਅਟਲ ਨਹੀਂ, ਅਡੋਲ ਨਹੀਂ, ਅਮਰ ਨਹੀਂ। ਸੰਸਾਰ ਦਾ ਵਰਤਾਰਾ ਇਸ ਤਰ੍ਹਾਂ ਹੀ ਚੱਲਦਾ ਸੀ, ਇਹ ਇਸ ਤਰ੍ਹਾਂ ਹੀ ਚੱਲਣਾ ਹੈ। ਜਿਵੇਂ ਕਿਧਰੇ ਕੋਈ ਗੰਗਾ ਦੇ ਕੰਢੇ ਤੇ ਜਾਵੇ, ਵੈਸੇ ਅੱਜ ਕੱਲ੍ਹ ਤੇ ਬਹੁਤਾ ਪਾਣੀ ਆਇਆ ਹੋਇਆ ਇੱਥੇ, ਗੰਗਾ ਦੇ ਕੰਢੇ ਤੇ ਜਾਵੇ, ਸੁੱਕੀ ਰੇਤਾਂ ਨੂੰ ਕੋਈ ਅਣਜਾਣ ਵਿਅਕਤੀ ਫੜੇ ਤੇ ਚਾਹੇ ਕਿ ਮੈਂ ਇਹਨੂੰ ਘੁੱਟ ਕੇ ਫੜ ਲਵਾਂ, ਉਹਨੇ ਛੁੱਟਣਾ ਹੈ ਹੱਥੋਂ। ਘੁੱਟ ਕੇ ਫੜਿਆ ਹੋਰ ਜਲਦੀ ਛੁੱਟੇਗੀ। ਰੇਤਾ ਦਾ ਸੁਭਾਅ, ਪਾਣੀ ਦਾ ਸੁਭਾਅ ਹੱਥੋਂ ਛੁੱਟਣਾ ਹੈ। ਉਹਨੂੰ ਤੇ ਛੱਕ ਕੇ ਬਸ ਆਪਣੀ ਪਿਆਸ ਬੁਝਾਈ ਜਾ ਸਕਦੀ, ਹੋਰ ਕੁਝ ਵੀ ਨਹੀਂ। ਸੰਸਾਰ ਦੇ ਪਦਾਰਥ ਇਹ ਪਕੜਨ ਯੋਗ ਨਹੀਂ ਹੁੰਦੇ। ਜੋ ਇਹਦੇ ਨਾਲ ਪਕੜ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਮਨੁੱਖ ਮਾਨਸਿਕ ਤੌਰ ਤੇ ਪੀੜਤ ਔਰ ਸਰੀਰਕ ਰੂਪ ਦੇ ਵਿੱਚ ਰੋਗਣ ਹੋ ਜਾਂਦੇ। ਸੰਸਾਰ ਦਾ ਕੁਝ ਵੀ ਪਕੜਿਆ ਨਹੀਂ ਜਾ ਸਕਦਾ। ਇਹ ਜੋ ਕੁਝ ਵੀ ਸਾਨੂੰ ਮਿਲਿਆ ਇਹ ਛੁੱਟਣਾ ਜ਼ਰੂਰ ਹੈ। ਇਹਦੇ ਤਿਆਗ ਵਿੱਚ ਹੀ ਲਾਭ ਹੈ। ਇਹਦਾ ਤਿਆਗ ਸਿਮਰਨ ਦੇ ਨਾਲ ਹੁੰਦਾ। ਕਹਿਣ ਨੂੰ ਮੈਂ ਕਹਿ ਦਿੱਤਾ, ਸੁਣਨ ਵਾਲੇ ਸਰੀਰਾਂ ਨੇ ਸੁਣ ਲਿਆ, ਪਰ ਜਿੰਨਾ ਚਿਰ ਕਹਿਣ ਤੇ ਸੁਣਨ ਵਾਲਿਆਂ ਦੇ ਪੱਲੇ ਕਮਾਈ ਨਹੀਂ, ਉਹਨਾਂ ਚਿਰ ਇਹ ਗੱਲਾਂ ਗੱਲਾਂ ਹੀ ਹਨ। ਜ਼ਬਾਨ ਤੇ ਕੰਨ ਦਾ ਹੀ ਹਿੱਸਾ ਹੈ, ਹਿਰਦੇ ਦਾ ਹਿੱਸਾ ਨਹੀਂ। ਬੰਦਗੀ ਤੋਂ ਬਿਨਾਂ, ਨਿਤਨੇਮ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਤੇ ਹੱਥੀਂ ਸੇਵਾ ਤੋਂ ਬਿਨਾਂ, ਗੁਰਮੁਖਾਂ ਦੀ ਸੰਗਤ ਤੋਂ ਬਿਨਾਂ, ਇਹ 3-4 ਸ਼ਰਤਾਂ ਹਨ। ਤੋ ਗਰੀਬ ਨਿਵਾਜ ਮਹਾਰਾਜ ਕਹਿੰਦੇ ਭਾਈ ਸੰਸਾਰ ਇੱਕ ਰਸ ਰਹਿਣ ਵਾਲਾ ਨਹੀਂ, ਇੱਕ ਰਸ ਅਖੰਡ ਰਹਿਣ ਵਾਲਾ ਪਰਮਾਤਮਾ ਹੈ। ਤੇ ਗੁਰਮੁਖ ਲੋਕ ਉਸ ਪਰਮਾਤਮਾ ਦੇ ਨਾਲ ਹੀ ਲਗਾਵ ਕਰਦੇ ਹਨ। ਸਦਾ ਸ਼ਾਂਤ ਚਿਤ ਸੰਤ ਉਦਾਰਾ। ਸੰਤ ਉਹ ਹੈ ਜੋ ਸਦਾ ਸ਼ਾਂਤ ਚਿਤ ਰਹਿੰਦਾ। ਸੰਪਤ ਹਰਖ ਨਾ ਆਪਤ ਦੁਖਾ, ਰੰਗ ਠਾਕੁਰੈ ਲਾਗਿਓ। ਸੰਪत्ति ਵੇਲੇ ਹਰਖ ਨਹੀਂ, ਆਪੱਤੀ ਵੇਲੇ ਦੁੱਖ ਨਹੀਂ। ਜੋ ਸੰਪੈ ਤਿਉ ਬਿਪਤ ਹੈ, ਬਿਦ ਨੈ ਰਚਿਆ ਸੋ ਹੋਏ। ਤਿਨ ਕੋ ਬੰਧਨ ਅਹ ਹਮਾਰਾ। ਕਹਿੰਦੇ ਐਸੇ ਜੋ ਮਹਾਤਮਾ ਸੰਤ ਲੋਕ ਹਨ ਉਹਨਾਂ ਨੂੰ ਭਾਈ ਮੇਰੀ ਨਮਸਕਾਰ ਹੈ। ਸਤਿਗੁਰੂ ਜੀ ਮਹਾਰਾਜ ਸੰਤਾਂ ਦੇ ਵੀ ਸੰਤ, ਬ੍ਰਹਮ ਗਿਆਨੀਆਂ ਦੇ ਵੀ ਬ੍ਰਹਮ ਗਿਆਨੀ, ਔਰ ਸਧਾਰਨ ਅਵਸਥਾ ਵਾਲੇ ਜਗਿਆਸੂਆਂ ਨੂੰ ਛਿਨ ਮਾਤਰ ਸਮੇਂ ਵਿੱਚ ਬ੍ਰਹਮ ਗਿਆਨੀ ਬਣਾਉਣ ਵਾਲੇ। ਪੂਰਾ ਗੁਰ ਆਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਜਿਹਦੇ ਵੱਲ ਵੀ ਅੰਮ੍ਰਿਤ ਦ੍ਰਿਸ਼ਟੀ ਨਾਲ ਪੇਖਦੇ ਨੇ, ਦੇਖਦੇ ਨੇ, ਤੱਕਦੇ ਨੇ, ਝਾਕਦੇ ਨੇ, ਇੱਕ ਵਾਰੀ ਉਹ ਸੰਤ ਹੋ ਜਾਂਦਾ। ਐਸੇ ਪਰਉਪਕਾਰੀ ਸਤਿਗੁਰੂ ਸੰਤਾਂ ਦੀ ਮਹਿਮਾ ਦੱਸਦੇ ਨੇ ਔਰ ਆਪਣੀ ਅਵਸਥਾ ਬਾਰੇ ਗੁਰਸਿੱਖਾਂ ਨੂੰ ਵੀ ਦੱਸ ਰਹੇ ਨੇ ਇਸ਼ਾਰੇ ਮਾਤਰ ਦੇ ਨਾਲ। ਮਹਾਰਾਜ ਕਹਿੰਦੇ ਐਸੇ ਸੰਤਾਂ ਤੋਂ ਅਸੀਂ ਬਲਿਹਾਰ ਸਦਕੇ ਜੋ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਰਾਜੀ ਰਹਿੰਦੇ ਹਨ। ਬਸਬੋ ਇਸ ਥਲ ਮੋਹਿ ਨ ਪਾਵੈ। ਹਾਂ ਭਾਈ ਹੁਣ ਇੱਥੇ ਰਹਿਣਾ ਠੀਕ ਨਹੀਂ, ਅਗਲੇਰੇ ਕਾਰਜ ਕਰਨੇ ਚਾਹੀਏ। ਸਾਈਂ ਦਾਸ ਦ੍ਰਿਸ਼ਟ ਨਹਿ ਆਵੈ। ਇੱਥੇ ਸਾਡੇ ਪਿਆਰੇ ਬਾਬਾ ਸਾਈਂ ਦਾਸ ਜੀ ਸਾਹਿਬ ਸਾਨੂੰ ਦਿਖਾਈ ਨਹੀਂ ਪੈਂਦੇ ਹਨ। ਆਪਣੀ ਘਰ ਵਾਲੀ ਪਤਨੀ ਦੇ ਸਮੇਤ ਬਾਬਾ ਸਾਈਂ ਦਾਸ ਜੀ ਸਾਹਿਬ ਸੇਵਾ ਕਰਦੇ ਸਨ। ਨਿਤ ਨੂੰ ਤਨ ਮਨ ਪ੍ਰੇਮ ਮਹਾਨਾ। ਜਿਨ੍ਹਾਂ ਦਾ ਪ੍ਰੇਮ ਨਿਤ ਨਵਾਂ ਸੀ, ਬਚਨ ਵਿਚਾਰਨ ਯੋਗ ਹੈ। ਕਦੇ ਕਦੇ ਸਾਧ ਸੰਗਤ ਜੀ ਸਾਡੇ ਹਿਰਦੇ ਵਿੱਚ ਵੀ ਪ੍ਰੇਮ ਦਾ ਹੁਲਾਰਾ ਆਉਂਦਾ ਹੈ। ਹਰ ਇੱਕ ਜਗਿਆਸੂ ਜਾਂ ਜੋ ਵੀ ਧਰਮ ਦੇ ਨਾਲ ਸੰਬੰਧ ਰੱਖਦਾ ਹੈ, ਸਤਸੰਗਤ ਦੇ ਨਾਲ ਸੰਬੰਧ ਰੱਖਦਾ ਹੈ, ਪਰਮੇਸ਼ਰ ਦੀ ਵਡਿਆਈ ਸਰਵਣ ਕਰਦਾ, ਉਹਦੇ ਅੰਦਰ ਧਰਮ ਦਾ ਹੁਲਾਰਾ ਆਉਂਦਾ ਹੈ। ਥੋੜਾ ਭਾਵੇਂ ਆਉਂਦਾ ਹੈ। ਜਗਿਆਸੂ ਔਰ ਮਹਾਤਮਾ ਵਿੱਚ ਸਿਰਫ ਇੰਨਾ ਕੁ ਫਾਸਲਾ ਹੁੰਦਾ ਹੈ ਕਿ ਜਦੋਂ ਕੋਈ ਧਰਮ ਦਾ ਹੁਲਾਰਾ ਜਗਿਆਸੂ ਲੋਕ ਆਪਣੇ ਜੀਵਨ ਵਿੱਚ ਦੇਖਦੇ ਨੇ ਫਿਰ ਰੁਕਦੇ ਨਹੀਂ ਹਨ। ਫਿਰ ਉਹ ਰੁਕਦੇ ਨਹੀਂ ਹਨ। ਇਹ ਹੁਲਾਰਾ ਸਾਧ ਸੰਗਤ ਜੀ ਕਿਸੇ ਟਾਵੇਂ ਸਰੀਰ ਨੂੰ ਟਾਵੇਂ ਸਮੇਂ ਤੇ ਆਉਂਦਾ ਹੁੰਦਾ। ਜੇ ਕਿਧਰੇ ਹੁਲਾਰਾ ਆਵੇ, ਇਹ ਕੀਰਤਨ ਸੁਣਦਿਆਂ, ਨਾਮ ਜਪਦਿਆਂ, ਸੇਵਾ ਯਾਤਰਾ ਕਰਦਿਆਂ, ਉੱਥੇ ਕੁਛ ਨਾ ਦੇਖੋ। ਹੁਣ ਉੱਥੇ ਸਮਾਂ ਨਾ ਦੇਖੋ, ਉੱਥੇ ਦੁਨੀਆਦਾਰੀ ਨਾ ਦੇਖੋ। ਉਹ ਤੇ ਬੀਜ ਹੈ, ਜੇ ਧਰਤੀ ਵਿੱਚ ਪੈ ਗਿਆ ਕੁਝ ਸਮਾਂ ਟਿਕਾ ਚਾਹੀਦਾ ਹੈ, ਕੁਝ ਸਮਾਂ ਟਿਕਾ ਚਾਹੀਦਾ ਹੈ। ਉਸ ਤੋਂ ਬਾਅਦ ਆਪੇ ਉਹਨੇ ਫਲੀਭੂਤ ਹੋ ਜਾਣਾ।
ਸ਼ੁਰੂਆਤ ਵਿੱਚ ਇਕਾਗਰਤਾ ਦੀ ਬੜੀ ਵੱਡੀ ਜ਼ਰੂਰਤ ਹੈ। ਫਿਰ ਜਗਿਆਸੂ ਨੂੰ ਜਪ ਨਹੀਂ ਛੱਡਣਾ ਚਾਹੀਦਾ। 5 ਬਾਣੀਆਂ ਦਾ ਨਿਤਨੇਮ ਇਹ ਸਾਡੀ ਸ਼ਰ੍ਹਾ ਹੈ, ਇਹ ਸ਼ਰੀਅਤ ਨੇ ਹਕੀਕਤ ਬਣਨਾ ਹੈ। 5 ਬਾਣੀਆਂ ਦਾ ਨਿਤਨੇਮ ਸਾਡਾ ਕਰਮ ਕਾਂਡ ਹੈ। ਇਸ ਕਰਮ ਕਾਂਡ ਨੇ ਗਿਆਨ ਕਾਂਡ ਬਣਨਾ। ਇਹਦੇ ਤੋਂ ਬਿਨਾਂ ਸਿਮਰਨ ਦਾ ਵੀ ਰਸ ਨਹੀਂ ਆਉਂਦਾ। ਜੇ 5 ਬਾਣੀਆਂ ਪੜ੍ਹੀਆਂ ਹੋਣ ਫਿਰ ਸਿਮਰਨ ਦਾ ਵੀ ਆਨੰਦ ਆਉਂਦਾ ਹੈ। ਜੇ 5 ਬਾਣੀਆਂ ਨਾ ਪੜ੍ਹੀਆਂ ਹੋਣ, ਹੋਰ ਬਾਣੀ ਮੁਬਾਰਕ ਹੈ ਪਰ ਉਹ ਸਾਡੀ ਸਕਾਮ ਭਾਵਨਾ ਬਣਦੀ, ਉਹਦੇ ਨਾਲ ਹਿਰਦਾ ਨਹੀਂ ਸ਼ੁੱਧ ਹੁੰਦਾ। ਇਹ ਸਾਡੀ ਸ਼ਰ੍ਹਾ ਹੈ 5 ਬਾਣੀਆਂ। ਇਹਦਾ ਤਿਆਗ ਕਿਸੇ ਵੀ ਸ਼ਰਤ ਤੇ ਨਾ ਕਰਨਾ, ਤੇ ਹੋ ਸਕੇ ਘਰੋਂ 5 ਬਾਣੀਆਂ ਪੜ੍ਹ ਕੇ ਆਉਣੀਆਂ। ਫਿਰ ਗੁਰੂ ਘਰ ਵਿੱਚ ਬੈਠਣ, ਸੰਗਤ ਵਿੱਚ ਬੈਠਣ ਦਾ ਭਾਰੀ ਆਨੰਦ ਆਵੇਗਾ ਔਰ ਰੱਬ ਦੇ ਰਾਹ ਦੇ ਰਾਹੀ ਬਣ ਜਾਵਾਂਗੇ, ਇਸ ਪੰਧ ਦੇ ਪੰਧੀ ਬਣ ਜਾਵਾਂਗੇ, ਮੰਜ਼ਿਲ ਵੀ ਮਿਲੇਗੀ। ਤਾਂ ਇਹ ਹਲਾਰਾ ਆਉਂਦਾ ਹੈ ਜਗਿਆਸੂਆਂ ਦੇ ਜੀਵਨ ਵਿੱਚ, ਪਰ ਇਸ ਹਲਾਰੇ ਨੂੰ ਸੰਭਾਲਦਾ ਕੋਈ ਵਿਰਲਾ ਹੈ। ਜਿਹੜੇ ਸੰਭਾਲ ਲੈਂਦੇ ਨੇ ਫਿਰ ਇਹ ਬਖਸ਼ਿਸ਼ ਹੁੰਦੀ ਰਹਿੰਦੀ ਹੈ। ਤੇ ਕੋਈ ਐਸਾ ਵੀ ਸਮਾਂ ਆਉਂਦਾ ਹੈ ਕਿ ਇਹ ਫਿਰ ਸਦਾ ਦੀ ਅਵਸਥਾ ਬਣ ਜਾਂਦੀ ਹੈ ਗੁਰਮੁਖਾਂ ਦੀ। ਮਹਾਰਾਜ ਕਹਿੰਦੇ ਬਾਬਾ ਸਾਈਂ ਦਾਸ ਬੀਬੀ ਰਾਮੋ ਜੀ ਸਾਹਿਬ ਨਿਤ ਨੂਤਨ ਮਨ ਪ੍ਰੇਮ ਮਹਾਨੇ। ਉਹਨਾਂ ਦੇ ਮਨ ਦਾ ਪ੍ਰੇਮ ਨਿਤ ਨਵਾਂ ਸੀ, ਉਹਨਾਂ ਦਾ ਪ੍ਰੇਮ ਕਦੀ ਪੁਰਾਣਾ ਨਾ ਹੋਇਆ। ਹੋਰ ਹੋਤ ਹੀ ਕਰੀਐ ਤਿਆਰੀ। ਮਹਾਰਾਜ ਕਹਿੰਦੇ ਸਵੇਰ ਹੁੰਦੇ ਅੰਮ੍ਰਿਤ ਵੇਲੇ ਹੀ ਭਾਈ ਡਰੌਲੀ ਤੋਂ ਅਸੀਂ ਚਾਲਾ ਮਾਰਨਾ ਤਿਆਰੀ ਕਰੋ। ਅਸਮਨ ਸਾ ਅਬ ਅਹ ਹਮਾਰੀ। ਹੁਣ ਸਾਡੀ ਐਸੀ ਮਨਸ਼ਾ ਹੈ ਭਾਈ, ਸੁਣ ਵਿਧੀਏ ਕਰ ਜੋਰ ਉਚਾਰਾ। ਸੁਣ ਕਰਕੇ ਬਾਬਾ ਬਿਧੀ ਚੰਦ ਜੀ ਸਾਹਿਬ ਜੀ ਨੇ ਹੱਥ ਜੋੜ ਕੇ ਆਖਿਆ, ਦ੍ਰਿਸ਼ਟ ਭਰਤ ਇਹ ਧੁੰਦ ਪਸਾਰਾ। ਮਹਾਰਾਜ ਗਰੀਬ ਨਵਾਜ ਆਪ ਜੀ ਦੇ ਭਜਨ 7 ਹਨ। ਸਤਿਗੁਰੂ ਆਪ ਜੀ ਦੀ ਸੰਗਤ ਕਰਕੇ ਅਸਾਂ ਨੇ ਜਾਣਿਆ ਕਿ ਪਸਾਰਾ ਧੁੰਦ ਵਰਗਾ ਹੈ। ਕਾਲ ਬਾਉ ਕੇ ਬੇਗ ਬਹੰਤੇ। ਔਰ ਕਿਹਾ ਕਿ ਜਦੋਂ ਕਾਲ ਰੂਪੀ ਵਾਯੂ ਹਵਾ ਆਉਂਦੀ ਹੈ, ਉਸ ਹਵਾ ਦੇ ਕਾਲੀ ਨਾਲ ਚੱਲਣ ਦੇ ਨਾਲ ਛਿਨ ਮਹਿ ਬਿਨਾ ਧੀਰ ਬਿਨ ਸੰਤੇ। ਜਿਵੇਂ ਧੁੰਦ ਜਿਹੜੀ ਹੈ ਹਵਾ ਦੇ ਨਾਲ ਨਾਸ਼ ਹੋ ਜਾਂਦੀ ਹੈ, ਬੱਦਲ ਖਤਮ ਹੋ ਜਾਂਦੇ ਨੇ, ਬਾਦਰ ਕੀ ਛਾਇਆ ਮਹਾਰਾਜ ਨੇ ਬਾਣੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ ਹੈ। तो इस तरह ये संसार दा पशारा नाशमंत है। जिन पर करुणा अह तुम्हारी। सतगुरु गुरुदेव जीओ जिन्ना उपर आप जी दी बख्शिश है। लाभ लेत जप नाम मुरारी। ओ आप जी दा नाम जपदे ने जी सतगुरु लाहा लेंदे हन। नाहे ता हाथ झार गमनंते। जेड़े मनमुख लोक ने कहे कबीर किश गुण विचार, चले जुआरी दोए हाथ झार। ਉਹ ਜਵਾਰੀਆਂ ਦੀ ਤਰ੍ਹਾਂ ਹੱਥ ਝਾੜ ਕੇ ਹਾਰ ਕੇ ਜਾਂਦੇ ਹਨ। ਚਲੇ ਜਾਤ ਥਿਰ ਹਵੈ ਨ ਰਹੰਤੇ। ਔਰ ਕਿਹਾ ਕਿ ਚਲੇ ਜਾਂਦੇ ਨੇ, ਰਹਿੰਦੇ ਨਹੀਂ ਹਨ ਮਨਮੁਖ ਤੇ ਗੁਰਮੁਖ ਕੋਈ ਵੀ ਨਹੀਂ ਰਹਿੰਦਾ, ਪਰ ਗੁਰਮੁਖ ਜਿੱਤਾ ਮਨਮੁਖ ਹਾਰਿਆ। ਪ੍ਰਾਤ ਹੋਤ ਕੀ ਜਹ ਅਸਵਾਰੀ। ਮਹਾਰਾਜ ਨੇ ਕਿਹਾ ਹਾਂ ਭਾਈ ਠੀਕ ਹੈ, ਸਵੇਰ ਹੁੰਦਿਆਂ ਸਵਾਰੀ ਕਰਾਂਗੇ। ਵਿਚਰੋ ਇੱਛਾ ਜਾਹ ਤੁਮਾਰੀ। ਮਹਾਰਾਜ ਜਿੱਥੇ ਆਪ ਜੀ ਦੀ ਇੱਛਾ ਹੈ, ਆਪ ਜੀ ਦੇ ਬਚਨ ਅਨੁਸਾਰ ਸਵੇਰੇ ਤਿਆਰੀ ਹੋ ਜਾਵੇਗੀ। ਜਿਨ ਕੇ ਪ੍ਰੇਮ ਕਰੇ ਖਿਚ ਆਵਤ। ਸੋ ਜਿਨ੍ਹਾਂ ਮਹਾਰਾਜ ਨੇ ਭਾਈ ਬਿਧੀ ਚੰਦ ਜੀ ਸਾਹਿਬ ਕਹਿੰਦੇ ਸਤਿਗੁਰੂ ਜਿਨ੍ਹਾਂ ਦੇ ਪ੍ਰੇਮ ਕੀਤੇ ਹੋਏ ਆਪ ਜੀ ਆਉਂਦੇ ਸੀ। ਸੋ ਦੰਪਤ ਅਬ ਨਹੀਂ ਦਿਸਾ। ਉਹ ਦੰਪਤ ਉਹ ਪਤੀ ਸਤੀ ਬਾਬਾ ਸਾਈਂ ਦਾਸ ਬੀਬੀ ਰਾਮੋ ਜੀ ਸਾਹਿਬ ਨਹੀਂ ਦਿਖਾਈ ਪੈਂਦੇ ਹਨ। ਹਿਮ ਕੈ ਖਾਨ ਪਾਨ ਕਛ ਕੀਨੋ। ਇਸ ਤਰ੍ਹਾਂ ਕਹਿ ਕੇ ਕੁਝ ਪ੍ਰਸ਼ਾਦ ਪਾਣੀ ਗਰੀਬ ਨਵਾਜ ਮਹਾਰਾਜ ਜੀ ਨੇ ਗ੍ਰਹਿਣ ਕੀਤਾ ਨਿਤ ਦੀ ਰੀਤੀ ਅਨੁਸਾਰ। ਰਹਿ ਉਦਾਸ ਵਿਸਰਾਮ ਸੁਕੀਨੋ। ਤੇ ਰਾਤ ਦੇ ਸਮੇਂ ਮਹਾਰਾਜ ਜੀ ਨੇ ਉੱਥੇ ਵਿਸ਼ਰਾਮ ਕੀਤਾ ਹੈ। ਪ੍ਰਾਤ ਹੋਤ ਹੀ ਬਜੇ ਨਗਾਰੇ। ਸਵੇਰ ਹੋਈ ਹੈ ਤੇ ਨਗਾਰੇ ਵੱਜੇ ਹਨ ਕੂਚ ਦੇ। ਜਾਗੇ ਜੋਧਾ ਬਲੀ ਕਰਾਰੇ। ਮਹਾਰਾਜ ਜੀ ਦੇ ਕਰਾਰੇ ਬੜੇ ਬਲ ਵਾਲੇ ਕਰੜੇ ਬਹਾਦਰ ਯੋਧੇ ਸੂਰਮੇ ਜੋ ਹਨ ਉਹ ਤਿਆਰ ਬਰ ਤਿਆਰ ਹੋਏ ਹਨ। ਸੋਚ ਸਨਾਨ ਸਿਗਰ ਸਭ ਕੀਨ। ਸਾਰਿਆਂ ਨੇ ਬੜੀ ਸ਼ੀਘਰਤਾ ਦੇ ਨਾਲ ਬੜੀ ਕਾਹਲੀ ਦੇ ਨਾਲ ਸ਼ੌਚਾਚਾਰ ਪਹਿਲਾਂ ਕੀਤੀ, ਫਿਰ ਇਸ਼ਨਾਨ ਕੀਤਾ। ਡਾਰੇ ਸਰਬ ਤੁਰੰਗਮ ਜੀਨ। ਔਰ ਸਾਰਿਆਂ ਨੇ ਆਪੋ ਆਪਣੇ ਘੋੜਿਆਂ ਦੇ ਉੱਪਰ ਕਾਠੀਆਂ ਪਾਈਆਂ ਹਨ। ਭਾਈ ਕੀ ਡਰੌਲੀ ਤੋਂ ਭਾਈ ਰੂਪਾ ਜੀ ਸਾਹਿਬ ਜੀ ਦੇ ਪਵਿੱਤਰ ਨਗਰ ਵਿੱਚ ਜਾਇਆ ਚਾਹੁੰਦੇ ਹਨ। ਸ੍ਰੀ ਹਰਗੋਬਿੰਦ ਚਹਤ ਲੜਾਈ। ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੰਗ ਜੁੱਧ ਕਰਿਆ ਚਾਹੁੰਦੇ। ਬਸਤਰ ਸ਼ਸਤਰ ਪਹਿਰੇ ਸਮੁਦਾਈ। ਮਹਾਰਾਜ ਜੀ ਨੇ ਆਪਣੇ ਸਰੀਰ ਉੱਪਰ ਪਹਿਲਾਂ ਬਸਤਰ ਫਿਰ ਸ਼ਸਤਰ ਸਜਾਏ ਹਨ। ਗੁਰਜਨ ਲਖੇ ਕੂਚ ਗੁਰ ਡੇਰੇ। ਇਸ ਵੇਲੇ ਸ਼ਹਿਰ ਦੇ ਜੋ ਮਾਈ ਭਾਈ ਸਨ ਲੋਕ
ਉਹਨਾਂ ਨੇ ਜਾਣਿਆ ਕਿ ਮਹਾਰਾਜ ਹੁਣ ਕੂਚ ਕਰਿਆ ਚਾਹੁੰਦੇ, ਇੱਥੋਂ ਚਾਲਾ ਮਾਰਿਆ ਚਾਹੁੰਦੇ ਹਨ। ਚਲ ਆਏ ਮਨ ਦੀਨ ਕਨੇਰੇ। ਉਹ ਨਗਰ ਨਿਵਾਸੀ ਤੇ ਇਲਾਕੇ ਦੇ ਲੋਕ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਪਾਸ ਬੇਨਤੀ ਕਰਨ ਵਾਸਤੇ ਆਏ। ਹੱਥ ਜੋੜ ਸਭ ਹਿਨ ਕਹਿਓ। ਉਸ ਵੇਲੇ ਹੱਥ ਜੋੜ ਕੇ ਸਭ ਨੇ ਬੇਨਤੀ ਕੀਤੀ ਗਰੀਬ ਨਿਵਾਜ। ਸਾਈਂ ਦਾਸ ਪਰਮਤ ਪਦ ਲਹਿਓ। ਮਹਾਰਾਜ ਆਪ ਜੀ ਦੇ ਗੁਰਸਿੱਖ ਕਮਾਈ ਵਾਲੇ ਆਪ ਜੀ ਦੇ ਸੰਬੰਧੀ ਬਾਬਾ ਸਾਈਂ ਦਾਸ ਜੀ ਸਾਹਿਬ, ਉਹਨਾਂ ਨੇ ਪਰਮ ਪਦਵੀ ਨੂੰ ਪ੍ਰਾਪਤ ਕੀਤਾ ਹੈ। ਅਬ ਤੁਮ ਚੜੇ ਛੋੜ ਪੁਰ ਜਨ ਕੋ। ਮਹਾਰਾਜ ਉਹਨਾਂ ਦਾ ਜਾਣਾ ਜਾਣ ਕੇ ਸਾਨੂੰ ਗਰੀਬਾਂ ਨੂੰ ਵੀ ਮਹਾਰਾਜ ਛੱਡ ਕੇ ਟੁਰ ਚੱਲੇ ਹੋ। ਆਪ ਜੀ ਤੋਂ ਬਿਨਾ ਕੌਣ ਸਾਡੀ ਸਾਰ ਲੇਵੇ। ਮਹਾਰਾਜ ਕੋ ਰਖਿਅਕ ਇਨ ਕੋ। ਮਹਾਰਾਜ ਸਾਡਾ ਆਪ ਜੀ ਤੋਂ ਬਿਨਾ ਕੌਣ ਰੱਖਿਅਕ ਹੈ। ਤੁਝ ਬਿਨ ਕੋ ਨਾਹੀ ਪ੍ਰਭ ਰਾਖਨ ਹਾਰਾ ਰਾਮ। ਪਤ ਤੇ ਉਦਾਹਰਨ ਹਰ ਬਿਰਧ ਤੁਮਾਰਾ ਰਾਮ। ਨਿਕਟ ਕੋਨ ਕੈ ਬਿਨੈ ਉਚਾਰੈ। ਮਹਾਰਾਜ ਆਪ ਜੀ ਦੇ ਪਾਸ ਆਉਂਦੇ, ਕੋਈ ਦੁੱਖ ਰੋਗ ਹੁੰਦਾ, ਆਪ ਜੀ ਦੇ ਪਾਸ ਜੋਦੜੀਆਂ ਕਰਦੇ ਮਹਾਰਾਜ। ਲੋਕ ਪਰਲੋਕ ਦੇ ਸੁੱਖ ਮਾਣਦੇ ਅਸੀਂ, ਜੋ ਨਸੀਬਾਂ ਭਾਗਾਂ ਤਕਦੀਰਾਂ ਵਿੱਚ ਵੀ ਨਹੀਂ, ਆਪ ਜੀ ਦੇ ਚਰਨਾਂ ਦੇ ਦੀਦਾਰ ਵਿੱਚੋਂ ਸਾਨੂੰ ਮਿਲਦਾ। ਮਹਾਰਾਜ ਹੁਣ ਕਿਹਦੇ ਪਾਸ ਆਣ ਕੇ ਅਸੀਂ ਬੇਨਤੀ ਕਰਾਂਗੇ। ਜਾਂ ਤੇ ਮਨ ਸੰਚਿਤ ਦੁਖ ਤਾਰੈ। ਇਸ ਕਰਕੇ ਮਹਾਰਾਜ ਸਾਡਾ ਮਨ ਦੁੱਖ ਭਰਦਾ ਹੈ। ਦਇਆ ਸਿੰਧ ਤਬ ਧੀਰਜ ਦੀਨਾ। ਉਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਡਰੌਲੀ ਭਾਈ ਦੇ ਰਹਿਣ ਵਾਲੇ ਗੁਰਸਿੱਖਾਂ ਦੇ ਤਾਈਂ ਹੌਸਲਾ ਦਿੱਤਾ। ਬਸਹੁ ਸੁਖੇਨ ਸੰਦੇਹ ਬਹੀਨਾ। ਮਹਾਰਾਜ ਕਹਿਣ ਲੱਗੇ ਫਿਕਰ ਨਾ ਕਰੋ, ਤੁਸੀਂ ਸੌਖੇ ਬਸੋਗੇ ਭਾਈ, ਤੁਹਾਨੂੰ ਕੋਈ ਡਰ ਨਹੀਂ, ਕੋਈ ਖੌਫ ਨਹੀਂ। ਗੁਰੂ ਨਾਨਕ ਵਾਲੀ ਹੈ ਤੁਹਾਡਾ। ਸ੍ਰੀ ਗੁਰ ਦਿੱਤਾ ਜਨਮ ਸਥਾਨ। ਔਰ ਕਿਹਾ ਕਿ ਸ੍ਰੀ ਬਾਬਾ ਗੁਰਦਿੱਤਾ ਜੀ ਸਾਹਿਬ ਜੀ ਦਾ ਇਹ ਜਨਮ ਸਥਲ ਹੈ ਭਾਈ ਡਰੌਲੀ ਮਾਲਵੇ ਦੇ ਵਿੱਚ। ਸਹਿ ਪੂਜੋ ਸਰਦਾ ਧਰਮਾਨ। ਔਰ ਕਿਹਾ ਕਿ ਸ਼ਰਧਾ ਧਾਰਨ ਕਰਕੇ ਉਸ ਮਹਾਂਪੁਰਖ ਦੀ ਜਨਮ ਸਥਲੀ ਨੂੰ ਪੂਜੋ, ਸਤਕਾਰ ਕਰੋ ਉਸ ਜਗ੍ਹਾ ਦਾ। ਆਰਤੀ ਸਮਾਤ ਜਹਾਂ ਸਸਕਾਰੀ। ਔਰ ਉਹਨਾਂ ਦੇ ਸਤਕਾਰਯੋਗ ਮਾਤਾ ਸਾਡੇ ਮਹਿਲ ਮਾਤਾ ਦਮੋਦਰੀ ਜੀ ਸਾਹਿਬ, ਜਿੱਥੇ ਉਹਨਾਂ ਦਾ ਸੰਸਕਾਰ ਹੋਇਆ, ਸਮਾਧ ਬਣੀ ਹੈ। ਰਜੋ ਦੇਹੋ ਰਾਤ ਹੈ ਸੁਖਕਾਰੀ। ਔਰ ਕਿਹਾ ਕਿ ਉੱਥੇ ਦੇਵਰਾ ਬਣਾ ਦਿਓ, ਉਹ ਸੁਖ ਦੇਵੇਗਾ। ਗੁਰਸਿੱਖਾਂ ਦੀਆਂ ਫਰਿਆਦਾਂ ਸੁਣੀਆਂ ਜਾਣਗੀਆਂ ਉੱਥੇ। ਜਿਸ ਕੋ ਕਾਜ ਕਹੂੰ ਅਟਕਾਏ। ਔਰ ਕਿਹਾ ਕਿ ਜੇ ਕਿਸੇ ਦਾ ਕੋਈ ਕਾਰਜ ਅਟਕ ਜਾਵੇ ਇੱਥੇ, ਨਾ ਸੌਰੇ ਕਾਰਜ, ਕਰਹੁ ਬੇਨਤੀ ਤਿਸ ਥਰ ਜਾਏ। ਬਾਬੇ ਗੁਰਦਿੱਤੇ ਦੀ ਜਨਮ ਸਥਲੀ ਔਰ ਮਾਤਾ ਦਮੋਦਰੀ ਜੀ ਸਾਹਿਬ ਜੀ ਦੇ ਦੇਵਰੇ ਤੇ ਸਮਾਧੀ ਤੇ ਉੱਥੇ ਜਾ ਕੇ ਬੇਨਤੀ ਕਰਨੀ ਹੈ। ਮਨ ਹੋ ਕਾਮਨਾ ਪੂਰ ਹੈ ਤੁਮਾਰੀ। ਤੁਹਾਡੇ ਮਨ ਦੀ ਕਾਮਨਾ ਇੱਛਾ ਜੋ ਹੈ ਉਹ ਪੂਰੀ ਹੋ ਜਾਵੇਗੀ। ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪੂਜਾ ਦਾ ਪੰਥ ਹਨ, ਉਹਨਾਂ ਦੀ ਵੀ ਆਪਣੀ ਇੱਕ ਵਿਸ਼ੇਸ਼ਤਾ ਹੈ। ਪੰਥ ਦੀ ਕਿੰਨੀ ਪਿਆਰੀ ਪਰੰਪਰਾ ਹੈ, ਕਿੰਨੀਆਂ ਪਿਆਰੀਆਂ ਰੀਤੀਆਂ ਨੇ ਕਿ ਜਿੱਥੇ ਮਹਾਰਾਜ ਜੀ ਦੇ ਚਰਨ ਪਾਏ, ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਅੰਗੀਠਾ, ਗੁਰ ਦਸਵੇਂ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਸਥਾਨ, ਗੁਰੂ ਕੀਆਂ ਜਿੱਥੇ ਨਿਆਮਤਾਂ ਸਥਾਨਾਂ 'ਤੇ ਵਰਤਦੀਆਂ ਨੇ, ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੈ। ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਅਦਬ ਕਰਦੇ ਹਾਂ। ਇਸੇ ਬਹਾਨੇ ਉਸ ਸਥਾਨ ਦੀ ਮਹਿਮਾ ਜਿਹੜੀ ਹੈ ਉਹ ਵੀ ਪ੍ਰਗਟ ਹੋ ਜਾਂਦੀ। ਪਹਿਲੇ ਨੰਬਰ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਬਦਾ ਅਵਤਾਰ ਸਤਿਗੁਰੂ, ਪਰ ਇਹਦੇ ਨਾਲ ਜੋ ਅਸਥਾਨਾਂ ਦੀ ਮਹਿਮਾ ਹੈ ਉਹਦੇ ਤੋਂ ਕਦੀ ਮੁਨਕਰ ਨਹੀਂ ਹੋਇਆ ਜਾ ਸਕਦਾ ਹੈ। ਔਰ ਬਹਾਨੇ ਲਗਾ ਕੇ ਮੁਨਕਰ ਹੋਣਾ, ਇਹ ਸਾਧ ਸੰਗਤ ਜੀ ਬਹੁਤ ਵੱਡੀ ਭੁੱਲ ਹੋਵੇਗੀ। ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਨਹੀਂ ਸੀ, ਭਾਵ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਨਹੀਂ ਸਨ, ਉਦੋਂ ਸਮੁੱਚੇ ਗੁਰਸਿੱਖ ਔਰ ਸਤਿਗੁਰੂ ਵੀ ਗੁਰੂ ਕੇ ਦੇਵਰਿਆਂ ਸਮਾਧੀਆਂ ਦੇ ਉੱਪਰ, ਜਨਮ ਸਥਲੀਆਂ ਦੇ ਉੱਪਰ ਆਪ ਮਹਾਰਾਜ ਸਿਰ ਨਿਵਾਇਆ ਕਰਦੇ ਸਨ, ਫੂਲ ਮਾਲ ਪਹਿਰਾਇਆ ਕਰਦੇ ਸਨ, ਦੀਵੇ ਜਗਾਇਆ ਕਰਦੇ ਸਨ। ਇਹ ਗੁਰੂ ਕੀ ਰੀਤੀ ਸੀ। ਤਾਂ ਇਸੇ ਪ੍ਰਕਾਰ ਸ਼ਬਦ ਦੇ ਉਪਾਸ਼ਕ ਹਾਂ ਅਸੀਂ ਗੁਰਸਿੱਖ, ਪਰ ਅਸਥਾਨਾਂ ਦੀ ਵੱਡੀ ਭਾਰੀ ਮਹਿਮਾ ਹੈ। ਜੇ ਸਿਰਫ ਸ਼ਬਦ ਦੀ ਗੱਲ ਹੁੰਦੀ ਤੇ ਆ ਜਿਹੜੇ ਪਠਾਨ ਅੱਜ ਭੂਤਰੇ ਤੇ ਮੱਛਰੇ ਹਨ, ਸੋ ਅਫਗਾਨਿਸਤਾਨ ਦੇ, ਇਹਨਾਂ ਦੇ ਵੱਡੇ ਵਡੇਰੇ ਜਿਹੜੇ ਅਹਿਮਦ ਸ਼ਾਹ ਦੁਰਾਨੀ, ਜਿਹਨੂੰ ਅਹਿਮਦ ਸ਼ਾਹ ਅਬਦਾਲੀ ਵੀ ਕਹਿੰਦੇ ਨੇ, ਦੁਰਾਨੀ ਵੀ ਉਹਦਾ ਨਾਮ ਆਉਂਦਾ ਪੁਸਤਕਾਂ ਦੇ ਵਿੱਚ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਸਥਾਨ ਦਾ ਬੇਅਦਬ ਕੀਤਾ। ਗੁਰਸਿੱਖਾਂ ਨੇ ਕਿੱਥੋਂ ਜਰਿਆ, ਵੱਢ ਟੁੱਕ ਟੁੱਕ ਕੇ ਸੁੱਟੇ। ਐਸੇ ਉਹ ਨੱਥੇ ਨੱਕਾਂ ਵਿੱਚ ਨੱਥ ਪਾਈ, ਉਹਨਾਂ ਦੇ ਦਰਾਏ ਖੈਬਰ ਨੂੰ ਬੰਦ ਕੀਤਾ ਸੀ ਸਰਦਾਰ ਹਰੀ ਸਿੰਘ ਜੀ ਨਲਵਾ ਜੀ ਸਾਹਿਬ ਜੀ ਨੇ। ਇੱਧਰ ਨੂੰ ਝਾਕਦੇ ਨਹੀਂ ਸਨ।
ਗਧੇ ਨੂੰ, ਘੋੜੇ ਨੂੰ, ਰੱਥ ਨੂੰ ਔਰ ਗੱਡੇ ਨੂੰ ਇਹ ਆਨਾ ਟਕਾ ਟਕਾ ਦੇ ਕੇ, ਟੈਕਸ ਦੇ ਕੇ ਲੰਘਿਆ ਕਰਦੇ ਸਨ। ਇਹ ਗੁਰ ਅਸਥਾਨਾਂ ਦੀ ਤੇ ਮਹਿਮਾ ਸੀ, ਗੁਰ ਸਰੋਵਰਾਂ, ਤੀਰਥਾਂ, ਬੌਲੀਆਂ ਦੀ ਮਹਿਮਾ ਸੀ। ਅੱਜ ਸਾਡੇ ਪੰਥ ਵਿੱਚ ਇੱਕ ਵਾਇਰਸ ਫੈਲ ਰਿਹਾ, ਕਰੋਨਾ ਤੋਂ ਵੀ ਬਹੁਤਾ ਭੈੜਾ। ਕਰੋਨਾ ਨਾਲ ਕੋਈ ਆਦਮੀ ਮਰ ਜੇ ਤੇ ਕੋਈ ਬਹੁਤ ਵੱਡੀ ਗੱਲ ਨਹੀਂ, ਆਪਣੇ ਕਰਮ ਭੋਗੇਗਾ। ਪਰ ਜਿਹੜੀ ਇਹ ਨਾਸਤਿਕਤਾ ਦਾ ਵਾਇਰਸ ਆ, ਸ਼ਾਇਦ ਇਹ ਅਬਦਾਲੀਆਂ ਦਾ ਹੀ ਖੂਨ ਹੋਵੇ, ਉਹਨਾਂ ਦੀ ਮਾਨਸਿਕਤਾ ਹੀ ਸਾਡੇ ਅੰਦਰ ਘੁੰਮਦੀ ਹੋਵੇ। ਗੁਰੂ ਕੇ ਤੀਰਥ, ਗੁਰੂ ਕੀਆਂ ਬੌਲੀਆਂ, ਗੁਰੂ ਕੇ ਖੂਹ, ਗੁਰੂ ਕੇ ਸਰੋਵਰ ਚੁੱਭਦੇ ਹਨ। ਗੁਰੂ ਕੀਆਂ ਨਿਸ਼ਾਨੀਆਂ ਵੀ ਚੁੱਭਦੀਆਂ ਨੇ। ਗਾਹੇ ਬਗਾਹੇ ਉਹਨਾਂ ਨੂੰ ਮਿਟਾਉਣ ਦੇ ਪਾਪੀ ਲੋਕ ਯਤਨ ਕਰਦੇ ਨੇ। ਪਰ ਸਾਧ ਸੰਗਤ ਜੀ, ਗੁਰੂ ਕੀਆਂ ਨਿਸ਼ਾਨੀਆਂ ਵੀ ਕਦੇ ਮਿਟੀਆਂ ਨੇ? ਉਹਨੂੰ ਮਿਟਾਉਣ ਵਾਲੇ ਲੋਕਾਂ ਦਾ ਖੁਰਾ ਖੋਜ ਮਿਟ ਜਾਂਦਾ ਹੈ। ਲੱਭਿਆਂ ਖਰੋਚ ਕੇ ਲੱਭਿਆਂ ਵੀ ਉਹਨਾਂ ਦਾ ਨਾਮ ਨਹੀਂ ਲੱਭਦਾ ਹੈ। ਜੋ ਗੁਰੂ ਕੀਆਂ ਨਿਸ਼ਾਨੀਆਂ ਨੂੰ ਬਦ ਨੀਅਤ ਦੇ ਨਾਲ ਮਿਟਾਉਣ ਦਾ ਯਤਨ ਕਰਦੇ ਨੇ, ਮਿਟ ਜਾਣਗੇ ਸੰਸਾਰ ਤੋਂ। ਅੱਜ ਨਾ ਕੱਲ ਕੋਈ ਨਾਮ ਲੈਣ ਵਾਲਾ ਨਹੀਂ ਰਹੇਗਾ ਉਹਨਾਂ ਪਾਪੀਆਂ ਜਰਵਾਣਿਆਂ ਦੇ। ਗੁਰੂ ਕੇ ਨਿਸ਼ਾਨ, ਗੁਰੂ ਕੀਆਂ ਨਿਸ਼ਾਨੀਆਂ ਸਾਧ ਸੰਗਤ ਜੀ ਜੁਗ ਹੈ ਜੁਗ ਅਟਲ ਹਨ। ਇਹਨਾਂ ਨੂੰ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੇ ਗੁਰਸਿੱਖਾਂ ਨੇ ਆਪਣੇ ਖੂਨ ਦੇ ਕੇ ਸਾਧ ਸੰਗਤ ਜੀ ਪ੍ਰਤਪਾਲਿਆ ਹੋਇਆ। ਗੁਰੂ ਕਾ ਖਾਲਸਾ ਜੀਵਤ ਹੈ। ਤੋ ਇਸ ਪ੍ਰਕਾਰ ਸਤਿਗੁਰੂ ਜੀ ਮਹਾਰਾਜ ਜੀ ਨੇ ਇਹਨਾਂ ਸਥਾਨਾਂ ਦੀ ਵੀ ਮਹਿਮਾ ਦ੍ਰਿੜ ਕਰਵਾਈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਪਾਵਨ ਅਸਵਾਰੇ, ਅਸੀਂ ਸਰੂਪ ਵੀ ਕਹਿੰਦੇ ਆ। ਸਰੂਪ ਦੇ ਵਿੱਚ ਔਰ ਗੁਰੂ ਦੇ ਵਿੱਚ ਫਰਕ ਹੈ। ਸਰੂਪ ਫੋਟੋ ਨੂੰ ਕਹਿੰਦੇ ਹਾਂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਹੁੰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਨਹੀਂ ਹੁੰਦਾ ਹੈ। ਸਰੂਪ ਦਾ ਮਤਲਬ ਹੁੰਦਾ ਸਵੈ ਰੂਪ, ਉਹਨਾਂ ਦਾ ਰੂਪ। ਉਹ ਆਪ ਹਨ, ਉਹਨਾਂ ਦਾ ਰੂਪ ਨਹੀਂ ਹਨ। ਉਹਨਾਂ ਦਾ ਰੂਪ ਤੇ ਫੋਟੋ ਵਿੱਚ ਹੋ ਸਕਦਾ ਹੈ, ਹੋਰ ਕਈ ਤਰੀਕਿਆਂ ਵਿੱਚ ਹੋ ਸਕਦਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਡੇ ਨਗਰਾਂ ਮਹੱਲਿਆਂ ਵਿੱਚ ਸਵੇਰੇ ਅੰਮ੍ਰਿਤ ਵੇਲੇ ਤੋਂ ਚੌਂਕੜਾ ਮਾਰ ਕੇ ਕਰੀਬਨ 16 ਘੰਟੇ ਚੌਂਕੜਾ ਮਾਰ ਕੇ ਮਹਾਰਾਜ ਜੀ ਦੀ ਦਾਰ ਦਿੰਦੇ ਨੇ। ਦਰਸ਼ਨ ਕਰਿਆ ਕਰੋ, ਚੌਰ ਕਰਿਆ ਕਰੋ, ਹਾਜ਼ਰੀਆਂ ਭਰਿਆ ਕਰੋ। ਸਜਦੇ ਹਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਤੇ। ਪਰ ਇਹਦੇ ਨਾਲ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ। ਇੱਥੇ ਪਟਨਾ ਸਾਹਿਬ ਵਿਦੇਸ਼ਾਂ 'ਚੋਂ ਆਏ ਹੋਏ ਆ, ਇੰਨੀ ਮਸ਼ੱਕਤ ਕਰਕੇ। ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਹਿਮਾ ਨਹੀਂ, ਅਸਥਾਨ ਦੀ ਵੀ ਮਹਿਮਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦੇ ਦੀਦਾਰ ਦੀ ਮਹਿਮਾ ਦੇ ਵਾਸਤੇ ਅਸੀਂ ਕਿੰਨੀ ਵੱਡੀ ਲਾਈਨ ਵਿੱਚ ਲੱਗ ਕੇ ਜਾਂਦੇ ਹਾਂ। ਇਹ ਅਕੀਦਾ ਹੈ। ਇਸ ਕਰਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਨਾਮ ਲੈ ਕੇ ਅਸਥਾਨਾਂ ਦੀ ਮਹਿਮਾ ਨੂੰ ਘਟਾਉਣਾ, ਇਹ ਸਾਧ ਸੰਗਤ ਜੀ ਨਿਹਾਇਤ ਨਾਵਾਕਫੀ, ਬੇਵਾਕੁਫੀ, ਅਗਿਆਨਤਾ ਔਰ ਸਾਜ਼ਿਸ਼ ਹੈ। ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਅਸਥਾਨਾਂ ਦੀ ਆਪਣੀ ਵਿਸ਼ੇਸ਼ਤਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਆਖਿਆ ਨਾ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਕਿ ਜਿੱਥੇ ਜਾ ਕੇ ਬਹਿ ਗਿਆ ਮੇਰਾ ਸਤਿਗੁਰੂ ਥਾਨ ਸੋਭਾ ਵਾਲਾ ਭਾਈ। ਫਿਰ ਕੀ ਹੋਇਆ? ਗੁਰਸਿੱਖੀ ਸੋ ਥਾਨ ਭਾਲਿਆ, ਬਿੰਦੀ ਨਾਲ, ਬਿੰਦੀ ਲਿਖੀ ਹੋਈ ਉੱਥੇ, ਗੁਰਸਿੱਖੀ ਸੋ ਥਾਨ ਭਾਲਿਆ। ਆਸਾ ਰਾਗ ਦੇ ਛੰਤ ਹਨ ਇਹ। ਗੁਰਸਿੱਖਾਂ ਨੇ ਉਹ ਥਾਂ ਭਾਲਿਆ, ਢੂੰਡਿਆ, ਲੱਭਿਆ, ਸੱਚ ਕੀਤੀ ਉਹ ਥਾਂ ਦੀ, ਤੇ ਲੈ ਧੂੜ ਮੁਖ ਲਾਵਾ, ਧੂੜ ਲੈ ਕੇ ਮੁਖ ਤੇ ਲਾਈ ਕਿ ਇੱਥੇ ਮੇਰਾ ਗੁਰੂ ਬੈਠਾ ਸੀ। ਤੋ ਇਸ ਪ੍ਰਕਾਰ ਉਹ ਜਗ੍ਹਾ ਦੀ ਵੀ ਮਹਾਤਤਾ ਹੈ। ਮਹਾਰਾਜ ਨੇ ਡਰੌਲੀ ਭਾਈ ਵਾਲੇ ਸੋ ਮਲਵਈ ਗੁਰਸਿੱਖਾਂ ਦੇ ਤਾਈਂ ਇਹ ਨਿਆਮਤਾਂ ਦਿੱਤੀਆਂ ਹਨ। ਮਾਲਵੇ ਦੇ ਗੁਰਸਿੱਖਾਂ ਦੇ ਤਾਈਂ, ਹੋਰ ਵੀ ਦੇਸ਼ਾਂ ਵਿਦੇਸ਼ਾਂ ਵਿੱਚੋਂ ਵੀ ਉੱਥੇ ਗੁਰਸਿੱਖ ਆਉਂਦੇ ਨੇ ਸਮਾਗਮਾਂ ਤੇ ਹੋਰ ਮੌਕਿਆਂ ਦੇ ਉੱਪਰ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ, ਜੇ ਕਿਸੇ ਦਾ ਕਾਰਜ ਅਟਕ ਜਾਵੇ ਤੇ ਜਿੱਥੇ ਬਾਬਾ ਗੁਰਦਿੱਤਾ, ਸ੍ਰੀ ਗੁਰਦਿੱਤਾ ਜਨਮ ਸਥਾਨ ਤੈ ਪੂਜੋ ਸ਼ਰਧਾ ਧਰਮਾਨ, ਫਿਰ ਅਰਤ ਇਸ ਮਾਤ ਜਹਾਂ ਸੰਸਕਾਰੀ, ਰਚੋ ਦੇਹੁਰਾ ਤੈ ਸੁਖਕਾਰੀ। ਤੇ ਜੇ ਕਿਸੇ ਦਾ ਕਾਰਜ ਅੜ ਜਾਵੇ, ਕਿਸ ਕੋ ਕਾਜ ਕਹੂੰ ਅਟਕਾਏ, ਕਰੋ ਬੇਨਤੀ ਤਿਸ ਥਲ ਜਾਏ। ਉਸ ਜਗ੍ਹਾ ਤੇ ਜਾ ਕੇ ਬੇਨਤੀ ਕਰਨੀ, ਕੰਮ ਨਾ ਪੂਰੀ ਹੋਵੇਗੀ। ਸੰਕਟ ਪਰ ਹੈ ਸੁਲੇਹ ਉਬਾਰੀ, ਔਰ ਕਿਹਾ ਕਿ ਜੇ ਸੰਕਟ ਪੈ ਜਾਵੇ ਤੇ ਬਚਾਅ ਹੋਵੇਗਾ ਭਾਈ। ਸਿੱਖ ਸੰਤ ਕੀ ਜਹ ਸੇਵਾ, ਕਹਿੰਦੇ ਗੁਰਸਿੱਖਾਂ ਦੀ ਤੇ ਸੰਤਾਂ ਦੀ ਸੇਵਾ ਕਰਨੀ ਹੈ ਸਦਕ ਦੇ ਸਹਿਤ। ਸਿੱਖੀ ਧਰ ਪੂਜਹਿ ਗੁਰਦੇਵਾ, ਔਰ ਸਿੱਖੀ ਧਾਰਨ ਕਰਨੀ ਹੈ, ਮਹਾਰਾਜ ਦੀ ਪੂਜਾ ਕਰਨੀ ਹੈ ਭਾਈ। ਸਤਨਾਮ ਕੋ ਸਿਮਰਨ ਕਰਨੋ, ਔਰ ਸਤਨਾਮ ਵਾਹਿਗੁਰੂ ਜੀ ਦਾ ਸਿਮਰਨ ਕਰਨਾ, ਨਾਮ ਜਪਣਾ ਹੈ ਭਾਈ। ਸਤਿਗੁਰ ਬਾਣੀ ਨਿਤ ਰਰਨੋ, ਔਰ ਨਿਤ ਮਹਾਰਾਜ ਦੀ ਬਾਣੀ ਪੜ੍ਹਨੀ ਹੈ। ਨਿਤਨੇਮੀ ਹੋਣਾ, ਬਾਣੀ ਤੋਂ ਬਿਨਾਂ ਗੱਲ ਨਹੀਂ ਬਣਨੀ ਜਿੰਨਾ ਚਿਰ ਅਸੀਂ ਨਿਤਨੇਮੀ ਨਹੀਂ ਹੁੰਦੇ। ਆਪਣੇ ਧਰਮ ਦਾ ਅਕੀਦਾ ਜਿਹੜਾ ਹੁੰਦਾ ਨਾ ਸਾਧ ਸੰਗਤ ਜੀ, ਉਹ ਸਭ ਤੋਂ ਵੱਡਾ ਹੁੰਦਾ ਜੇ। ਸ਼ਸਤਰ, ਤਾਕਤਾਂ, ਰਾਜਨੀਤੀ, ਸਿਆਸਤਾਂ ਕੋਈ ਮਹਿਨਾ ਨਹੀਂ ਜੇ ਰੱਖਦੀਆਂ ਧਰਮ ਦੇ ਅਕੀਦੇ ਦੇ ਸਾਹਮਣੇ। ਜੇ ਧਰਮ ਦਾ ਅਕੀਦਾ ਹੋਵੇ
ਵੱਡੀਆਂ ਵੱਡੀਆਂ ਤਾਕਤਾਂ ਵੀ ਜਿਹੜੀਆਂ ਨੇ ਸਿਰ ਝੁਕਾ ਦਿੰਦੀਆਂ ਨੇ। ਤੁਸੀਂ ਕਿਤੇ ਇਤਿਹਾਸ ਪੜ੍ਹ ਕੇ ਦੇਖੋ ਖਾਲਸੇ ਦਾ, ਕਿੰਨੇ ਕੁ ਸ਼ਸਤਰ ਹੁੰਦੇ ਸਨ ਖਾਲਸੇ ਦੇ ਪਾਸ। ਮਾਰੜੂ ਜੇ ਘੋੜੇ, ਟੁੱਟੇ ਜੇ ਸ਼ਸਤਰ ਹੁੰਦੇ ਸਨ, ਸਧਾਰਨ ਭਾਸ਼ਾ ਵਿੱਚ ਕਹਿ ਲਈਏ ਖੁੰਡੀਆਂ ਤਲਵਾਰਾਂ, ਜੋ ਤਲਵਾਰਾਂ ਨੂੰ ਕੱਟ ਕੇ ਕਈ ਜਗ੍ਹਾ ਤੇ ਉਹਨਾਂ ਦੇ ਕੱਟ ਲੱਗੇ ਹੁੰਦੇ ਸਨ। ਅਕੀਦਾ ਸੀ ਗੁਰਸਿੱਖਾਂ ਵਿੱਚ, ਭੁੱਖੇ ਨਗਨ ਰਹਿੰਦੇ ਸਨ। ਇੱਕ ਕਸ਼ਹਿਰਾ ਹੁੰਦਾ ਸੀ ਤੇ ਕਮਰ ਕੱਸਾ ਹੁੰਦਾ ਸੀ ਪੁਰਾਤਨ ਗੁਰਸਿੱਖਾਂ ਦੇ ਕੋਲ, ਹੋਰ ਕੁਝ ਵੀ ਨਹੀਂ। ਤੋ ਇਸ ਪ੍ਰਕਾਰ ਉਹਦੇ ਆਸਰੇ ਆਪਣਾ ਝੱਟ ਲੰਘਾਉਂਦੇ ਸਨ ਤੇ ਵੱਡੀਆਂ ਵੱਡੀਆਂ ਮੰਗੋਲ ਤਾਕਤਾਂ ਜਿਹੜੀਆਂ ਸਨ ਉਹਨਾਂ ਦੇ ਗੋਡੇ ਆਪ ਜੀ ਨੇ ਟਿਕਾ ਦਿੱਤੇ ਸੀ, ਸ੍ਰੀ ਗੁਰੂ ਪੰਥ ਖਾਲਸੇ ਨੇ, ਕਿਉਂਕਿ ਅਕੀਦਾ ਸੀ। ਅੱਜ ਸਾਡੇ ਅੰਦਰ ਸਤਿਗੁਰਾਂ ਦੇ ਪ੍ਰਤੀ ਅਕੀਦਾ ਨਹੀਂ ਹੈਗਾ, ਸ਼ਰਧਾ ਨਹੀਂ ਹੈਗਾ। ਤੇ ਜੇ ਸ਼ਰਧਾ ਵੀ ਹੈ, ਬਣਾਵਟੀ ਜੀ ਸ਼ਰਧਾ, ਕਹਿਣ ਕਹਾਉਣ ਦੀ ਸ਼ਰਧਾ, ਕਮਾਈ ਨਹੀਂ, ਨਿਤਨੇਮ ਨਹੀਂ, ਅੰਮ੍ਰਿਤ ਵੇਲਾ ਨਹੀਂ ਸਾਡੇ ਪਾਸ। ਅੰਮ੍ਰਿਤ ਵੇਲੇ ਵੀ ਅਸੀਂ ਗੱਲਾਂ ਕਰਨ ਤੋਂ ਨਹੀਂ ਟਾਲਦੇ ਹਾਂ। ਕਿੱਥੋਂ ਮਹਾਰਾਜ ਦੀ ਸਿੱਖੀ ਸਾਨੂੰ ਮਿਲਣੀ ਹੈ? ਜਾਂ ਤੇ ਸੁੱਤੇ ਹਾਂ ਜਾਂ ਅਸੀਂ ਬਚਨ ਵਿਲਾਸ ਕਰਦੇ ਹਾਂ। ਇਹ ਸ਼ੋਭਦਾ ਨਹੀਂ ਗੁਰਸਿੱਖਾਂ ਨੂੰ। ਤੋ ਗਰੀਬ ਨਿਵਾਜ ਮਹਾਰਾਜ ਜੀ ਦਾ ਅਕੀਦਾ ਜਿਹੜਾ ਹੈ ਸਾਧ ਸੰਗਤ ਜੀ, ਉਹੀ ਸਾਨੂੰ ਰਾਜ ਭਾਗ ਦਿਵਾਉਂਦਾ ਹੈ। ਤੋ ਮਹਾਰਾਜ ਕਹਿੰਦੇ ਨਿਤ ਮਹਾਰਾਜ ਦੀ ਬਾਣੀ ਪੜ੍ਹਨੀ, ਨਿਤਨੇਮੀ ਹੋਣਾ ਹੈ ਭਾਈ। ਇਮ ਉਪਦੇਸ਼ ਲਿਹੋ ਰਿਦ ਤਾਰੇ। ਇਸ ਤਰ੍ਹਾਂ ਮਹਾਰਾਜ ਨੇ ਕਿਹਾ ਭਾਈ ਉਪਦੇਸ਼ ਧਾਰਨ ਕਰ ਲਵੋ ਹਿਰਦੇ ਵਿੱਚ। ਹਰਤ ਪਰਤ ਮੈਂ ਰਹੋ ਸੁਖਾਰੇ। ਹਲਤ ਪਲਤ ਵਿੱਚ ਸੁਖੱਲੇ ਰਹੋਗੇ। ਇਮ ਕੈ ਸਤਿਗੁਰ ਹੈ ਮੰਗਵਾਇਓ। ਇਸ ਤਰ੍ਹਾਂ ਕਹਿ ਕੇ ਮਹਾਰਾਜ ਨੇ ਭਾਈ ਕੀ ਡਰੌਲੀ ਤੋਂ ਆਪਣਾ ਘੋੜਾ ਮੰਗਵਾਇਆ। ਕੰਚਨ ਜੀਨ ਸਹਿਤ ਚਲ ਆਇਓ। ਜਿਹਦੇ ਉੱਪਰ ਸੋਨੇ ਦੀ ਜੀਨ ਪਈ, ਕਾਠੀ ਪਈ ਹੋਈ ਹੈ, ਉਹ ਘੋੜਾ ਚੱਲ ਕੇ ਆਇਆ ਹੈ। ਬਾਰ ਬਾਰ ਫੁਕਰਤ ਬਲ ਐਨ। ਬਾਰ ਬਾਰ ਫੁਰਕਦਾ ਹੈ, ਜਿਹਦਾ ਸਰੀਰ ਬਲ ਦੀ ਮੰਨ ਲਓ ਇੱਕ ਉਹਦੀ ਬਣੀ ਹੋਈ ਹੈ। ਚੰਚਲ ਮਨ ਹੋ ਨਾਗਰੀ ਨੈਨ। ਔਰ ਬਹੁਤ ਸੁੰਦਰ ਉਹਦੇ ਨੇਤਰ ਹਨ, ਬੜਾ ਚੰਚਲ ਹੈ ਘੋੜਾ। ਦਾਸ ਗਹੇ ਕਰ ਨੀਠ ਸੋ ਰੋਕੈ। ਉਸ ਘੋੜੇ ਨੂੰ ਦਾਸ ਫੜ ਕੇ ਬੜੇ ਜ਼ੋਰ ਦੇ ਨਾਲ ਰੋਕਦੇ ਨੇ, ਰੁਕਦਾ ਨਹੀਂ ਹੈ। ਸੁੰਦਰ ਮਨ ਹਰਤ ਬਿਲੋਕੈ। ਬਹੁਤ ਸੁੰਦਰ ਹੈ, ਜਿਹਨੂੰ ਵੇਖ ਕੇ ਮਨ ਖੁਸ਼ ਹੋ ਜਾਂਦਾ ਹੈ। ਅੱਜ ਵੀ ਸਿੰਘ ਜਦੋਂ ਸਾਧ ਸੰਗਤ ਜੀ ਘੋੜੇ ਦੇ ਉੱਪਰ ਸਵਾਰ ਹੁੰਦੇ ਨੇ, ਸਿਰ ਝੁਕਾਉਂਦੇ ਨੇ, ਘੋੜੇ ਦਾ ਬੜਾ ਵੱਡਾ ਭਾਰੀ ਆ। ਦਾ ਬਹਿ ਦੇ ਬਾਰੇ ਫੇਰ ਕਦੇ ਵਚਨ ਕਰਾਂਗੇ। ਹੁਣ ਸਮਾਂ ਸਮਾਪਤੀ ਦੇ ਆਸ-ਪਾਸ। ਮਹਾਰਾਜ ਨੇ ਘੋੜੇ ਦਾ ਸਤਿਕਾਰ ਕੀਤਾ ਪਹਿਲਾਂ। ਸ੍ਰੀ ਨਾਨਕ ਸਿਮਰੇ ਤੇ ਸਮੋ। ਉਸ ਵੇਲੇ ਗੁਰੂ ਨਾਨਕ ਦੇਵ ਜੀ ਮਾਨ ਨੂੰ ਸਿਮਰਿਆ। ਇੱਥੇ 101 ਅਰਦਾਸ ਦੀ ਕਥਾ ਚੱਲੀ ਸੀ ਪਟਨਾ ਸਾਹਿਬ 2016 ਚ। ਦਾਸ ਨੇ ਵੀ ਵਿੱਚ ਹਾਜ਼ਰੀ ਭਰੀ ਕਾਫੀ ਅਰਦਾਸਾਂ ਦੀ। ਉਹਦੇ 'ਚ ਆਉਂਦਾ ਕਿ ਘੋੜੇ ਤੇ ਚੜ੍ਹਨ ਵੇਲੇ ਵੀ ਅਰਦਾਸ ਕਰਨੀ, ਮਤਲਬ ਗੱਡੀ ਇਤਿਆਦਿਕ ਤੇ ਸਵਾਰ ਹੋਣਾ ਅੱਜ ਦੀ ਭਾਸ਼ਾ ਵਿੱਚ, ਤੇ ਗੁਰੂ ਨਾਨਕ ਨੂੰ ਚੇਤੇ ਕਰਨਾ। ਮਹਾਰਾਜ ਘੋੜੇ ਤੇ ਚੜ੍ਹਨ ਵੇਲੇ ਵੀ ਆਪ ਜੀ ਗੁਰੂ ਨਾਨਕ ਨੂੰ ਯਾਦ ਕਰਦੇ, ਅਰਦਾਸ ਕਰਦੇ ਸੂਖਮ। ਇਹਨੂੰ ਇੱਕ ਅੱਖਰੀ ਅਰਦਾਸ ਕਹਿੰਦੇ ਹਨ ਭਾਈ। ਭਏ ਅਰੂਢ ਪਿਖੈ ਸਮੁਦਾਈ। ਮਹਾਰਾਜ ਘੋੜੇ ਤੇ ਸਵਾਰ ਹੋਏ, ਸੰਗਤ ਦਰਸ਼ਨ ਕਰਦੀ ਹੈ ਸਾਹ ਸਵਾਰ ਦੇ। ਬੰਦਨ ਕਰਤ ਪਏ ਅਗਵਾਈ। ਮਹਾਰਾਜ ਨੂੰ ਨਮਸਕਾਰਾਂ ਕਰਦੇ। ਹੁਣ ਇੱਥੋਂ ਭਾਈ ਕੀ ਡਰੌਲੀ ਤੋਂ ਭਾਈ ਰੂਪਾ ਜੀ ਸਾਹਿਬ ਜੀ ਦਾ ਨਗਰ, ਜਿਹਨੂੰ ਮਾਨ ਨੇ ਆਪਣੇ ਹੱਥੀਂ ਵਸਾਇਆ, ਨਿਆਮਤਾਂ ਬਖਸ਼ਿਸ਼ਾਂ ਨਿਸ਼ਾਨੀਆਂ ਦੇ ਕੇ ਨਿਵਾਜਿਆ, ਉਥੇ ਮਹਾਰਾਜ ਦੁਬਾਰਾ ਜਾਇਆ ਚਾਹੁੰਦੇ ਨੇ। ਉਹ ਕੌਤਕ ਕੱਲ੍ਹ ਦੀ ਕਥਾ ਵਿੱਚ ਸਰਵਣ ਕਰ ਪਾਵਾਂਗੇ। ਸਮਾਂ ਕਰੀਬਨ ਆਪਣੀ ਮੰਜ਼ਲ ਤੇ, ਪ੍ਰਕਰਨ ਵੀ ਮੰਜ਼ਲ ਤੇ ਹੈ। ਬੇਅੰਤ ਗੁਰਸਿੱਖਾਂ ਦੀ ਆਵਾਗਮਨ ਪਟਨਾ ਸਾਹਿਬ ਵੱਧ ਗਈ ਹੈ। ਰੇਲਾਂ, ਜਹਾਜ਼ਾਂ ਇਤਿਆਦਿਕ ਦੀ ਸਧਾਰਨ ਆਵਾਜਾਈ ਹੈ। ਬਹੁਤ ਸਾਰੇ ਗੁਰਸਿੱਖ ਹੁਣ ਥੋੜਾ ਸਮਾਂ ਵਿਹਲਾ ਜਾਣ ਕੇ ਕਿ ਚਲੋ ਝੋਨਿਆਂ ਦੀ ਵਾਢੀ ਅਜੇ ਹੈ, ਇਹ ਜਾਣ ਕੇ ਆਪਣਾ ਸਮਾਂ ਸਫਲ ਕਰਨ ਵਾਸਤੇ ਪਿੱਛੇ ਆਪਣੇ ਕਾਰੋਬਾਰ ਦਾ ਇੰਤਜ਼ਾਮ ਕਰਕੇ ਪਟਨਾ ਸਾਹਿਬ ਆਉਣ ਦਾ ਗੁਰਸਿੱਖਾਂ ਦਾ ਹੁਣ ਵਲਵਲਾ ਬਣਿਆ ਹੋਇਆ। ਸੰਗਤ ਦੀ ਗਿਣਤੀ ਵਿੱਚ ਭਾਰੀ ਵਾਧਾ ਹੋ ਰਿਹਾ। ਗੁਰਸਿੱਖ ਮਹਾਰਾਜ ਜੀ ਦਾ ਆਣ ਕੇ ਦੀਦਾਰ ਕਰਦੇ, ਹੱਥੀਂ ਸੇਵਾ ਕਰਦੇ, ਅੰਮ੍ਰਿਤ ਵੇਲੇ ਹਾਜ਼ਰੀਆਂ ਭਰਦੇ ਨੇ। ਔਰ ਦਿਨ ਬਾ ਦਿਨ ਜਿਹੜਾ ਨਵਾਂ ਪ੍ਰੋਗਰਾਮ ਉਲੀਕਿਆ ਹੋਇਆ ਕਿ ਕਮਰਿਆਂ ਦੀ ਕੋਈ ਕਮੀ ਨਾ ਰਹੇ ਕਿਸੇ ਪ੍ਰਕਾਰ ਦੀ। ਹਰ ਪ੍ਰਕਾਰ ਦੇ ਕਮਰੇ, ਹਾਲ ਜਗਿਆਸੂਆਂ ਗੁਰਮੁਖਾਂ ਦੇ ਵਾਸਤੇ, ਯਾਤਰੂਆਂ ਦੇ ਵਾਸਤੇ ਸੋਹਣੇ ਛੋਟੇ ਵੱਡੇ ਹਰ ਪ੍ਰਕਾਰ ਦੇ ਕਮਰੇ ਹੋਣ, ਜਿਨ੍ਹਾਂ ਦੇ ਵਾਸਤੇ ਜਿਹੜਾ ਬਜਟ ਹੈ ਸੋ ਲੱਖਾਂ ਨਹੀਂ ਕਰੋੜਾਂ ਰੁਪਈਆਂ ਵਿੱਚ ਹੈ। ਪਰ ਪੰਥ ਦੇ ਹੁੰਦਿਆਂ ਇਹ ਕੋਈ ਛੋਟਾ ਜਿਹਾ, ਬਿਲਕੁਲ ਛੋਟਾ ਜਿਹਾ ਵੀ ਕਾਰਜ ਨਹੀਂ ਕਹਿ ਸਕਦੇ। ਨਿਤ ਗੁਰੂ ਕੇ ਗੁਰਸਿੱਖ ਸਿਦਕ ਦੇ ਸਹਿਤ ਹਾਜ਼ਰੀਆਂ ਭਰ ਰਹੇ ਨੇ। ਪਰਸੋਂ ਕਦਵਾਲੇ ਦਾਸ ਦਾ ਬਚਨ ਹੋਇਆ। ਸੋ ਅਮਰੀਕਾ ਤੋਂ ਕੋਈ ਪਰਿਵਾਰ ਨੇ 3 ਭਰਾ, ਉਹਨਾਂ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਕਿ 3 ਕਮਰਿਆਂ ਦੀ ਸੇਵਾ 30 ਲੱਖ ਰੁਪਈਆ ਉਹ ਮਹਾਰਾਜ ਦੇ ਦਰਬਾਰ ਵਿੱਚ। ਇਸ ਤਰ੍ਹਾਂ ਸੋ ਇਹ ਭਾਵੇਂ ਇੱਕ ਉਤਸ਼ਾਹ ਦੇਣ ਦੇ ਵਾਸਤੇ ਗੁਰਸਿੱਖਾਂ ਨੂੰ ਦੱਸਿਆ ਜਾਂਦਾ ਹੈ। ਤੇ ਨਾ ਦੇਖ ਮਨ ਚਾਓ ਠੰਦਾ ਹੋਂ ਕਦ ਪਾਈ ਗੁਣਤਾਸਾ। ਇਸ ਤਰ੍ਹਾਂ ਹੀ ਹੁੰਦਾ ਹੈ ਭਾਈ। ਜਿਵੇਂ ਕੋਈ ਸੰਗੀਤ ਸਿੱਖੇ, ਦੂਸਰੇ ਰਾਗੀ ਨੂੰ ਵੇਖ ਕੇ ਚੇਸ਼ਟਾ ਉਤਪੰਨ ਹੁੰਦੀ ਹੈ। ਕੋਈ ਭਲਵਾਨੀ ਸਿੱਖਦਾ, ਅਖਾੜੇ ਵਿੱਚ ਜਾ ਕੇ ਦੇਖਦਾ,
ਕਿ ਭਲਵਾਨ ਘੁਲਦੇ ਨੇ, ਹੋਰ ਚੇਸ਼ਟਾ ਉਤਪੰਨ ਹੁੰਦੀ ਹੈ। ਓਲੰਪਿਕ ਖੇਡਾਂ ਹੋਈਆਂ ਨੇ, ਖਿਡਾਰੀਆਂ ਦੇ ਮਨ ਵਿੱਚ ਕਿੰਨਾ ਉਤਸ਼ਾਹ ਹੈ ਕਿ ਹੋਰ ਮਿਹਨਤ ਕਰੀਏ। ਇਸ ਪ੍ਰਕਾਰ ਗੁਰਸਿੱਖਾਂ ਦੀ ਸੇਵਾ ਤੇ ਸਿਦਕ ਦੇਖ ਕੇ ਜਿਨ੍ਹਾਂ ਦੇ ਅੰਦਰ ਮਹਾਰਾਜ ਦੀ ਭਾਵਨਾ, ਗੁਰੂ ਕੀਆਂ ਦਾਤਾਂ ਜਿਨ੍ਹਾਂ ਨੂੰ ਬਖਸ਼ੀਆਂ ਹੋਈਆਂ ਨੇ, ਉਹ ਵੀ ਥੋੜ੍ਹਾ ਜਿਹਾ ਹੰਬਲਾ ਮਾਰ ਸਕਣ, ਇਹ ਸਾਫ਼ ਜੀ ਗੱਲ ਹੈ। ਕਿਉਂਕਿ ਹੰਬਲੇ ਦੀ ਤੇ ਫਿਰ ਜ਼ਰੂਰਤ ਹੈ। ਦਾਸ ਅਕਸਰ ਬੇਨਤੀ ਕਰਦਾ, ਜਿਵੇਂ 8 ਵਿੱਚ ਆਪਾਂ ਹਜ਼ੂਰ ਸਾਹਿਬ, ਔਰ ਇਸੇ ਪ੍ਰਕਾਰ ਹੁਣ ਸੁਲਤਾਨਪੁਰ ਸਾਹਿਬ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ 550 ਸਾਲਾਂ ਤੇ ਫਿਰ ਬਿਦਰ ਵਿੱਚ, ਇਸ ਤਰ੍ਹਾਂ ਇਹ ਸਾਰੇ ਪਾਸੇ ਵਿਕਾਸ ਹੋਇਆ ਹੈ। ਤੇ ਇੱਥੇ ਹੁਣ ਸੋ ਜਗ੍ਹਾ ਇਤਿਆਦਕ ਹੈ, ਪਰ ਕਮਰਿਆਂ ਦੇ ਵਾਸਤੇ ਵੱਡਾ ਭਾਰੀ ਜੋ ਬਜਟ ਹੈ, ਸੋ ਇਸ ਪ੍ਰਕਾਰ ਉਹ ਸਾਰਾ ਗੁਰਸਿੱਖਾਂ ਦੇ ਇਹ ਮੋਢਿਆਂ ਤੇ ਭਾਰ ਹੈ। ਤੇ ਬੇਨਤੀ ਕਰੀਏ, ਸਾਰੇ ਪੰਥ ਤੱਕ ਆਵਾਜ਼ ਕਰੀਬਨ ਪਹੁੰਚ ਹੀ ਗਈ ਹੈ। ਤੇ ਹੰਬਲਾ ਮਾਰੋ, ਇਹ ਵੀ ਕਾਰਜ ਆਪਾਂ ਕਰ ਹੀ ਲਈਏ ਤਾਂ ਕਿ ਇਹ ਆਵਾਜ਼ ਦੇਣੀ ਜਿਹੜੀ ਹੈ ਹੁਣ ਫਿਰ ਸੰਕੋਚ ਦਿੱਤੀ ਜਾਵੇ ਤੇ ਗੁਰੂ ਕੀ ਕਥਾ ਹੀ ਆਪਾਂ ਸਰਵਣ ਕਰਦੇ ਰਹੀਏ। ਮਾਰੋ ਹੰਬਲਾ, ਭਲਾ ਕਿੱਡੀ ਕਿ ਵੱਡੀ ਗੱਲ ਹੈ ਭਾਈ। ਸੋ ਇੱਥੇ ਕੋਈ ਗੁਰਮੁਖ ਆਏ ਸਨ, 1 ਲੱਖ ਰੁਪਈਆ ਉਹਨਾਂ ਨੇ ਹਾਜ਼ਰ ਕੀਤਾ। ਭਾਈ ਸਾਧੂ ਸਿੰਘ ਜੀ ਦਾਸ ਦੇ ਬਹੁਤ ਪਿਆਰੇ ਨੇ, ਤੇ ਮੈਂ ਉਹਨਾਂ ਨੂੰ ਹੱਸ ਕੇ ਕਹਿੰਦਾ ਸੀਗਾ ਵੀ ਤੁਸੀਂ ਆਪਣੇ ਇਲਾਕੇ ਦੇ ਵਿੱਚ ਆਸ-ਪਾਸ ਦੇਖ ਲਓ, ਲੱਖ ਰੁਪਈਆ 10 ਬੰਦੇ ਇਕੱਠੇ ਕਰ ਲਓ। ਜੇ ਸਧਾਰਨ ਅਸੀਂ ਪਰਿਵਾਰਾਂ ਨੂੰ ਬਿਲੋਂਗ ਕਰਦੇ ਹਾਂ ਤੇ ਲੱਖ ਰੁਪਈਆ ਦੇਣਾ ਕੋਈ ਬਹੁਤ ਵੱਡੀ ਗੱਲ ਨਹੀਂ। ਦਾਸ ਨੇ ਤੇ ਇਹ ਵੀ ਬੇਨਤੀ ਕੀਤੀ ਹੈ ਕਿ ਪਿੰਡਾਂ ਦੇ ਵਿੱਚੋਂ ਵੀ, ਇੱਕ ਮਹੱਲੇ ਵਿੱਚੋਂ ਵੀ ਆਪਾਂ ਕਈ ਕਮਰੇ ਜਿਹੜੇ ਆ ਉਹ ਅਸੀਂ ਇੰਤਜ਼ਾਮ ਕਰ ਸਕਦੇ ਹਾਂ। ਇੱਕ ਪਿੰਡ ਵਿੱਚੋਂ ਕਈ ਕਮਰੇ, ਇੱਕ ਪਰਿਵਾਰ ਵਿੱਚੋਂ ਕਈ ਕਮਰੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹ ਤਾਂ ਹੁਣ ਕਮਰੇ ਤਾਂ ਬਣਾ ਕੇ ਰਹਿਣੇ ਹਨ, ਇਹ ਤਾਂ ਭਾਵੇਂ ਜੋ ਮਰਜ਼ੀ ਹੋ ਜਾਵੇ। ਤੇ ਸੰਗਤ ਵੀ ਪ੍ਰਸੰਨ ਹੈ, ਸਭ ਦੀ ਤਿਆਰੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਉਤਸ਼ਾਹ ਵਿੱਚ ਆਓ, ਗੁਰੂ ਆਪ ਕਿਰਪਾ ਕਰੇਗਾ। ਸਮਾਂ ਆਪਣੀ ਮੰਜ਼ਿਲ ਤੇ ਅਗਲੀ ਕਥਾ ਅਗਲੇ ਦੀਵਾਨਾਂ ਵਿੱਚ ਸਮੇਂ ਸਿਰ ਪੁੱਜ ਕੇ ਆਪਾਂ ਸਰਵਣ ਕਰਾਂਗੇ। ਲੇਖਿਆ ਗਣਤ ਨਾ ਛੋਟੀ ਹੈ, ਕਾਚੀ ਭੀਤ ਨਾ ਸੁਧ, ਜਿਸੇ ਬੁਝਾਏ ਨਾਨਕਾ ਦੇਹ ਗੁਰਮੁਖ ਨਿਰਮਲ ਬੁੱਧ। ਉਠ ਸਤਿਗੁਰ ਹੈ ਕੋ ਕਰਨਮੋ, ਸ੍ਰੀ ਨਾਨਕ ਸਿਮਰੇ ਤੇ ਸਮੋ। ਭਏ ਅਰੂਢ ਪਿਖੈ ਸਮੁਦਾਈ, ਬੰਧਨ ਕਰਤ ਪਏ ਅਗਵਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।